ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ ਜੀ ਹਿਰਦੇ ਧਿਆਵਾ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਗਨ ਕੇ ਨਾਸ਼ਕ ਜੀ ਬਿਗਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ ਜੀ ਨਾਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੁਨਹੁ ਦੀਵਾਨ ਬਾਕ ਅਸ ਮੂਰਾ। ਏਕ ਕਾਜ ਭਾ ਮਮ ਅਰ ਤੋਰਾ। ਜਿਨਹਿ ਹਟਾਵਨ ਕੀਨ ਸਨਾਤਾ। ਸੋ ਮੇਰੋ ਬੈਰੀ ਬਖਿਆਤਾ। ਸੁਲਹੀ ਲਈ ਸ਼ਾਹੋ ਕੀ ਆਇਸ। ਹਰਖਤ ਔਰ ਨਿਜ ਘਰ ਕੋ ਆਇਸ। ਕਰ ਵਿਚਾਰ ਚੰਦੂ ਢਿਗ ਗਇਓ। ਮਿਲ ਸਲਾਮ ਕਰ ਬੈਠਤ ਭਇਓ। ਸੁਲਹੀ ਲਈ ਸ਼ਾਹੋ ਕੀ ਆਇਸ।
ਹਰਖਤ ਔਰ ਨਿਜ ਘਰ ਕੋ ਆਏ ਸੋ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਦਇਆ ਨਿਧ ਮਿਹਰਾਮਤਾਂ ਦਾ ਸਾਗਰ। ਹਾਜ਼ਰਾ ਹਜੂਰ ਜਹਰਾ ਜਹੂਰ, ਦੀਨਾ ਬੰਧੂ ਭਗਤ ਵਛਲ। ਕਿਰਪਾ ਦੇ ਖਜ਼ਾਨੇ 10 ਪਾਤਸ਼ਾਹੀਓਂ ਜੀ ਕੇ, ਪਾਵਨ ਪਵਿੱਤਰ ਸਰੂਪ। ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਹਜ਼ੂਰ ਦੇ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਨੇਤਰਾਂ ਨੂੰ ਸਫਲ ਬਣਾਇਆ ਹੈ। ਵਡਭਾਗੀ ਹਰ ਸੰਗਤ ਪਾਵੈ, ਵਡਭਾਗੇ ਹਾਂ ਖਾਲਸਾ ਜੀ ਨਿਤਾ ਪ੍ਰਤੀ। ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਦੇ ਪਵਿੱਤਰ ਘਰ ਦੀਆਂ ਮਿਹਰਾਮਤਾਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ ਕੌਤਕ ਆਪਾਂ ਨੂੰ ਸ਼ਰਵਣ ਕਰਨ ਦੇ ਸੁਭਾਗ ਪ੍ਰਾਪਤ ਹੋ ਰਹੇ ਹਨ। ਸਤਿਗੁਰਾਂ ਦੀ ਦਇਆ ਸਦਕਾ ਪਿਛਲੇ ਸਮੇਂ ਤੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਲੜੀਵਾਰ ਕਥਾ ਆਪ ਸਰਬੱਤ ਸੰਗਤਾਂ ਬਹੁਤ ਸ਼ਰਧਾ ਅਥਾ ਪ੍ਰੇਮ ਦੇ ਨਾਲ ਹਾਜ਼ਰੀਆਂ ਭਰ ਭਰ ਕੇ ਸ਼ਰਵਣ ਕਰ ਰਹੇ ਹੋ। ਇਹ ਸਤਿਗੁਰਾਂ ਦੇ ਘਰ ਦੀ ਸੋਭਾ ਨਿਰੋਲ ਅੰਮ੍ਰਿਤ ਦੀਆਂ ਘੁੱਟਾਂ ਕੰਨਾਂ ਨੂੰ ਡੋਨੇ ਬਣਾ ਬਣਾ ਕੇ ਛਕ ਰਹੇ ਹੋ। ਜਥਾ ਪ੍ਰਸੰਗ ਆਪਾਂ ਕੱਲ ਦੀ ਬਾਣ ਵਿੱਚ ਸ਼ਰਵਣ ਕੀਤਾ ਹੈ ਕਿ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਅਵਤਾਰ ਜਗ ਤਾਰਨ ਕਾ ਅਵਤਾਰ ਬਣਾਇਆ। ਪਰਮੇਸ਼ਰ ਨੇ ਸੰਸਾਰ ਨੂੰ ਤਾਰਨ ਉਧਾਰਨ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਪਾਵਨ ਪਵਿੱਤਰ ਅਵਤਾਰ ਧਾਰਨਾ ਕੀਤਾ ਹੈ। ਐਸੇ ਗਰੀਬ ਨਵਾਜ ਮਹਾਰਾਜ ਜੀਆਂ ਆਪਣੇ ਪੁੱਤਰ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦਾ ਆਨੰਦ ਕਾਰਜ ਬਹੁਤ ਖੁਸ਼ੀ ਆਨੰਦ ਦੇ ਨਾਲ ਅਰ ਸੰਗਤਾਂ ਨੂੰ ਬੜੀਆਂ ਖੁਸ਼ੀਆਂ ਆਨੰਦ ਬਖਸ਼ਦਿਆਂ ਹੋਇਆਂ ਕੀਤਾ ਹੈ। ਮੇਲ ਦੀ ਵਿਦਾਇਗੀ ਹੋਈ। ਸਾਰੇ ਸੰਸਾਰ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਉਦਾਰਤਾ ਪ੍ਰਗਟ ਪ੍ਰਤੱਖ ਹੋ ਰਹੀ, ਕਿਉਂਕਿ ਹਰਗੋਬਿੰਦ ਸਾਹਿਬ ਦੇ ਵਿਵਾਹ 'ਤੇ ਲੱਖਾਂ ਦੀ ਗਿਣਤੀ ਵਿੱਚ ਦੇਸ਼ਾਂ ਅਤੇ ਵਿਦੇਸ਼ਾਂ 'ਚੋਂ ਸਿੱਖ ਸੰਗਤਾਂ ਹੁਮ ਹੁਮਾ ਕਰਕੇ ਪਹੁੰਚੀਆਂ ਸਨ। ਉਹ ਸਿੱਖ ਜਦੋਂ ਫਿਰ ਆਪਣੇ ਘਰਾਂ ਨੂੰ ਵਿਆਹ ਵੇਖ ਕੇ ਮੁੜੇ ਹੈ, ਆਪੋ ਆਪਣੇ ਘਰਾਂ ਵਿੱਚ ਪਿੰਡਾਂ ਵਿੱਚ ਜਿਹੜੇ ਕੋ ਨਹੀਂ ਆਏ ਸਨ ਹਰਗੋਬਿੰਦ ਸਾਹਿਬ ਦੇ ਵਿਆਹ 'ਤੇ, ਉਹ ਪੁੱਛਦੇ ਹੈ ਵੀ ਕਿਵੇਂ ਰਿਹਾ ਹਰਗੋਬਿੰਦ ਸਾਹਿਬ ਦਾ ਵਿਆਹ, ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਪਵਿੱਤਰ ਨਗਰੀ ਅੰਮ੍ਰਿਤਸਰ ਸਾਹਿਬ ਵਿੱਚ ਗਏ ਸੋ। ਸਿੱਖ ਦੱਸਦੇ ਭਾਈ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਘਰ ਦੀ ਕੀ ਸੋਭਾ ਕਰੀਏ, ਉੱਥੋਂ ਦੀ ਗੱਲਬਾਤ ਹੀ ਵੱਖਰੀ ਹੈ। 5-6 ਦਿਨ ਬੜਾ ਉਤਸ਼ਾਹ ਹੋਇਆ, ਕਿਧਰੇ ਅਸ਼ਤਬਾਜ਼ੀਆਂ, ਹਾਥੀ ਘੋੜੇ ਰਥਾਂ ਦੇ ਨਾਲ ਬਲਦਾਂ ਗੱਡਿਆਂ 'ਤੇ ਸਜੀ ਹੋਈ ਹਜ਼ਾਰਾਂ ਦੀ ਗਿਣਤੀ ਵਿੱਚ ਬਰਾਤ ਗਈ। ਔਰ ਬਰਾਤ ਜਿੱਥੇ ਗਈ ਡੱਲੇ ਨਗਰ ਵਿੱਚ ਭਾਈ ਨਰਾਇਣ ਦਾਸ ਜੀ ਨੇ ਵੀ ਬੜੀ ਸੇਵਾ ਕੀਤੀ ਸਿੱਖਾਂ ਦੀ ਗੁਰੂ ਰੂਪ ਜਾਣ ਕੇ। ਹੋਰ ਵੀ ਬੇਅੰਤ ਤਰ੍ਹਾਂ ਦੀਆਂ ਵੀ ਜਿਹੜੀਆਂ ਵਸਤੂਆਂ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਤੇ ਵਿਆਹ 'ਤੇ ਵੇਖ ਕੇ ਆਏ, ਉਹ ਅੱਜ ਤੱਕ ਕਿਤੇ ਨਹੀਂ ਵੇਖੀਆਂ। ਕਿਆ ਸੋਭਾ ਸਤਿਗੁਰਾਂ ਦੇ ਘਰ ਦੀ, ਕਿਆ ਸੋਭਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਕੀ ਦਸੀਏ ਹੁਣ ਤੁਹਾਨੂੰ ਭਾਈ,
ਇਹ ਤਾਂ ਉਹ ਹੀ ਦੱਸ ਸਕਦੇ ਆ ਜਿਨ੍ਹਾਂ ਨੇ ਵੇਖੇ ਹੀ ਪਤਾ ਲੱਗਦਾ, ਦੱਸਿਆਂ ਤਾਂ ਪੂਰੀ ਉਪਮਾ ਨਹੀਂ ਕੀਤੀ ਜਾ ਸਕਦੀ। ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਸੰਸਾਰ ਤੇ ਅਨੂਪਮ ਹੋਇਆ ਹੈ। ਤੇ ਸਾਧ ਸੰਗਤ ਜੀ, ਜਦੋਂ ਫਿਰ ਸਿੱਖ ਇਹ ਗੱਲਾਂ ਦੱਸਦੇ ਆ ਨਾ, ਤੇ ਨਾਲ ਉਹ ਜਿਹੜੀ ਆਪਣਾ ਚੰਦੂ ਦੀ ਧੀ ਦਾ ਰਿਸ਼ਤਾ ਮੁੜਿਆ ਸੀ, ਉਹ ਵੀ ਗੱਲ ਜ਼ਰੂਰ ਦੱਸਦੇ ਆ, ਕਿਉਂਕਿ ਗੱਲ ਸ਼ੁਰੂ ਹੀ ਉੱਥੋਂ ਹੋਈ ਨਾ। ਤੇ ਸਿੱਖ ਦੱਸਦੇ ਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਜਿੱਥੇ ਸਿੱਖਾਂ ਨੂੰ ਪ੍ਰੇਮ ਕਰਨ ਵਾਲੇ ਆ, ਉੱਥੇ ਮਹਾਰਾਜ ਨਿਰਭੈ ਵੀ ਹੈ, ਕਿਉਂਕਿ ਪਰਮੇਸ਼ਰ ਦਾ ਇੱਕ ਗੁਣ ਹੈ ਨਿਰਭਉ, ਰਹਿਤ ਹੈ ਡਰ ਤੋਂ। ਜਿੱਥੇ ਪਰਮੇਸ਼ਰ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਕਰਦਾ, ਪਰ ਅਕਾਰਨ ਈਰਖਾ ਕਰਨ ਵਾਲਿਆਂ ਦਾ ਭੈ ਵੀ ਕੋਈ ਨਹੀਂ। ਕਹਿੰਦੇ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਿਰਭੈ ਕਿਵੇਂ ਆ? ਕਹਿੰਦੇ ਇਸ ਤਰ੍ਹਾਂ ਹੈ ਵੀ ਵੇਖੋ ਹੁਣ ਜਹਾਂਗੀਰ ਬਾਦਸ਼ਾਹ ਦੀ ਕਿੰਨੀ ਤਾਕਤ ਹੈ। ਵੱਡੇ ਵੱਡੇ ਰਜਵਾੜੇ ਲੋਕ ਜਹਾਂਗੀਰ ਦੇ ਅੱਗੇ ਅੱਖ ਚੁੱਕਣ ਦੀ ਜੁਰਤ ਨਹੀਂ ਕਰਦੇ। ਜਿੰਨੀ ਜਹਾਂਗੀਰ ਦੀ ਤਾਕਤ ਹੈ, ਉਨੀ ਤਾਕਤ ਹੀ ਉਹਦੇ ਦੀਵਾਨ ਚੰਦੂ ਦੀ ਹੈ। ਪਰ ਵੇਖ ਲੋ, ਚੰਦੂ ਨੇ ਆਪਣੀ ਧੀ ਦਾ ਰਿਸ਼ਤਾ ਆਪ ਭੇਜਿਆ, ਜਿਨ੍ਹਾਂ ਲਾਗੀਆਂ ਦੇ ਹੱਥ ਉਹਨਾਂ ਨੇ ਹਰਗੋਬਿੰਦ ਸਾਹਿਬ ਨੂੰ ਰਿਸ਼ਤਾ ਕਰ ਦਿੱਤਾ ਸੀ। ਤੇ ਹੰਕਾਰੀ ਚੰਦੂ ਨੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਨੂੰ ਖੂਹ ਦੀ ਮੋਰੀ ਤੇ ਆਪਦੀ ਧੀ ਨੂੰ ਚੁਬਾਰੇ ਦੀ ਇੱਟ ਦੱਸਿਆ। ਤੋ ਸੰਗਤ ਨੂੰ ਮਹਾਰਾਜ ਇੰਨਾ ਪਿਆਰ ਕਰਦੇ ਆ, ਜਦੋਂ ਦਿੱਲੀ ਦੀ ਸੰਗਤ ਨੇ ਚਿੱਠੀ ਲਿਖ ਦਿੱਤੀ ਚੰਦੂ ਦੀਆਂ ਕਰਤੂਤਾਂ, ਬਕੜਵਾਦ ਕੀਤਾ ਜੋ, ਤੇ ਮਹਾਰਾਜ ਨੇ ਸਿੱਖਾਂ ਦੀ ਅਰਦਾਸ ਨੂੰ ਪਹਿਲੇ ਤੌਰ ਤੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਇਹ ਸਿਧਾਂਤ ਤੇ ਪਹਿਰਾ ਦਿੰਦਿਆਂ ਹੋਇਆਂ ਉਹਦੀ ਪੁੱਤਰੀ ਦਾ ਰਿਸ਼ਤਾ ਲੈਣੋਂ ਜਵਾਬ ਦੇ ਦਿੱਤਾ ਵੀ ਅਸੀਂ ਮਾੜੇ ਹਾਂ, ਨਿਮਾਣਿਆਂ ਨੂੰ ਨਿਮਾਣਿਆਂ ਦਾ ਰਿਸ਼ਤਾ ਸ਼ੋਭੇਗਾ। ਤੂੰ ਵੱਡਾ ਹੈ, ਤੂੰ ਆਪਦੇ ਵਰਗਾ ਵੱਡਾ ਘਰ ਲੱਭ। ਫਿਰ ਵੀ ਚੰਦੂ ਨੇ 2-3 ਵਾਰੀ ਇਹ ਰਿਸ਼ਤੇ ਭੇਜੇ, ਪਰ ਮਹਾਰਾਜ ਆਪਦੀ ਗੱਲ ਤੇ ਪੂਰੇ ਰਹੇ ਵੀ ਅਸੀਂ ਸਿੱਖਾਂ ਦਾ ਨਰਾਦਰ ਨਹੀਂ ਜਰ ਸਕਦੇ, ਕਿਉਂਕਿ ਚੰਦੂ ਕਹਿੰਦਾ ਸੀ ਨਾ ਵੀ ਇਹ ਕੰਗਾਲ ਸਿੱਖਾਂ ਦਾ ਕੀ ਹੈ, ਮਹਾਰਾਜ ਤੁਸੀਂ ਮੇਰੇ ਨਾਲ ਸਿੱਧਾ ਵਰਤੋ ਖਾਂ, ਤੁਹਾਡੇ ਵੱਡੇ ਵੱਡੇ ਕੰਮ ਕਢਾਵਾਂਗਾ ਮੈਂ, ਮਾਇਆ ਦੇ ਨਾਲ ਰਜਾ ਦੇਵਾਂਗਾ। ਤੋ ਸੰਗਤ ਇਹੋ ਜਿਹੀ ਗੱਲ ਵੀ ਨਾਲ ਹੀ ਦੱਸ ਦਿੰਦੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਵਿਆਹ ਦਾ ਪ੍ਰਸੰਗ ਆਉਂਦਾ ਨਾ ਸਤ ਸੰਗਤ ਜੀ, ਤੇ ਜਿਹੜੇ ਕੋ ਵਿਆਹ ਵੇਖ ਕੇ ਗਏ ਸਨ, ਉਹ ਨਾਲ ਹੀ ਇਹ ਚੰਦੂ ਦੇ ਵੈਰ ਵਾਲਾ ਵੀ ਪ੍ਰਸੰਗ ਦੱਸੀ ਜਾਂਦੇ ਆ। ਉਹ ਗੱਲ ਫੈਲਦੀ ਲਾਹੌਰ ਵੀ ਪਤਾ ਲੱਗੀ, ਲਾਹੌਰ ਤੋਂ ਲੈ ਕੇ ਦਿੱਲੀ ਤੀਕਰ ਸਾਰੇ ਘਰ ਘਰ ਚੰਦੂ ਦੀ ਨਖੇਦੀ ਹੋਣ ਲੱਗੀ, ਚੰਦੂ ਦੀ ਨਿੰਦਾ ਹੋਣ ਲੱਗੀ ਵੀ ਬੜਾ ਹੰਕਾਰੀ ਹੈ, ਗੁਰੂ ਘਰ ਨੂੰ ਇਸ ਤਰ੍ਹਾਂ ਬੋਲਦਾ। ਚੰਗਾ ਕੀਤਾ ਮਹਾਰਾਜ ਨੇ ਇਹਦੀ ਪੁੱਤਰੀ ਦਾ ਰਿਸ਼ਤਾ ਨਹੀਂ ਲਿਆ, ਇਹੋ ਜਿਹੇ ਹਲਕੇ ਕੁੱਤੇ ਨੂੰ ਨਹੀਂ ਵੜਨ ਦੇਣਾ ਚਾਹੀਦਾ ਗੁਰੂ ਘਰ ਵਿੱਚ। ਇਸ ਤਰ੍ਹਾਂ ਦੇ ਬਚਨ ਸਾਧ ਸੰਗਤ ਜੀ ਸੰਗਤਾਂ ਕਰਦੀਆਂ, ਤੇ ਚੰਦੂ ਦਾ ਵੈਰ ਮਹਾਰਾਜ ਨਾਲ ਹੋਰ ਵੱਧਦਾ ਜਾਂਦਾ। ਇੱਧਰ ਹੁਣ ਪ੍ਰਿਥੀ ਚੰਦ ਜਿਹੜਾ ਹੈ, ਕਿਸੇ ਨੇ ਜਾ ਕੇ ਪ੍ਰਿਥੀ ਚੰਦ ਨੂੰ ਵੀ ਦੱਸਿਆ, ਕਿਉਂਕਿ ਸੂਈਏ ਪ੍ਰਿਥੀ ਚੰਦ ਨੇ ਵੀ ਭੇਜੇ ਸਨ ਵੀ ਕਿਵੇਂ ਦਾ ਵਿਆਹ ਕੀਤਾ ਮੇਰੇ ਸ਼ਰੀਕ ਨੇ। ਉਹ ਜਾ ਕੇ ਦੱਸਦੇ ਵੀ ਬਾਬਾ ਪ੍ਰਿਥੀ ਚੰਦ ਜੀ ਕੀ ਦਸੀਏ, ਹਰਗੋਬਿੰਦ ਸਾਹਿਬ ਦਾ 7-8 ਦਿਨ ਤਾਂ ਵਿਆਹ ਚੱਲਦਾ ਰਿਹਾ, 3-4 ਦਿਨ ਬਰਾਤ ਉੱਥੇ ਰਹੀ ਹੈ, ਕਿਧਰੇ ਆਤਿਸ਼ਬਾਜ਼ੀਆਂ, ਨਫੀਰੀਆਂ, ਧੌਂਸੇ, ਨਗਾਰੇ ਵੱਜਦੇ ਰਹੇ, ਸਭ ਪਾਸੇ ਜੈ ਜੈਕਾਰ। ਸਾਰੇ ਅੰਮ੍ਰਿਤਸਰ ਸਾਹਿਬ ਦੀ ਸੰਗਤ ਨੇ ਆਪਣੇ ਘਰਾਂ ਵਿੱਚ ਤੇ ਛੱਤਾਂ ਤੇ ਦੀਪਮਾਲਾ ਕੀਤੀ। ਪ੍ਰਿਥੀ ਚੰਦ ਸਾਧ ਸੰਗਤ ਜੀ ਸੜ ਕੇ ਕੋਲਾ ਹੁੰਦਾ, ਕਿਉਂਕਿ ਮਹਾਰਾਜ ਨਾਲ ਵੈਰ ਈਰਖਾ ਕਰਦਾ। ਪਾਤਸ਼ਾਹ ਦੇ ਹਰਗੋਬਿੰਦ ਸਾਹਿਬ ਦੇ ਵਿਆਹ ਦੀ ਸੋਭਾ ਸੁਣ ਕੇ ਫਿਰ ਇਹ ਵਿਚਾਰ ਕੀਤੀ ਵੀ ਹੁਣ ਅੱਗੇ ਤਾਂ ਮੈਂ 2-3-4 ਹੀਲੇ ਕੀਤੇ ਐ, ਤੇ ਮੈਂ ਆਪਦੇ ਵੈਰੀ ਤੋਂ ਵੈਰ ਨਾ ਲੈ ਸਕਿਆ, ਨਾ ਇਹਨਾਂ ਨੂੰ ਫੜਾ ਸਕਿਆ ਪਰਿਵਾਰ ਨੂੰ ਸਾਰੇ ਨੂੰ, ਤੇ ਨਾ ਹੀ ਇਹਨਾਂ ਨੂੰ ਮਰਵਾ ਸਕਿਆ, ਨਾ ਮਾਰ ਸਕਿਆ, ਤੇ ਹੁਣ ਮੈਨੂੰ ਪੂਰਾ ਜ਼ੋਰ ਲਾਉਣਾ ਚਾਹੀਦਾ। ਕੀ ਕਰਾਂ ਜਿਹਦੇ ਨਾਲ ਗੁਰੂ ਅਰਜਨ ਦੇਵ ਭਰਾ ਆਪਣੇ ਛੋਟੇ ਸ਼ਰੀਕ ਨੂੰ ਮੈਂ ਕੈਦ ਕਰਵਾਵਾਂ ਜਾਂ ਮਾਰ ਮੁਕਾਵਾਂ। ਤੋ ਤੇਜ ਤਰਾਰ ਖੋਪੜੀ ਦੇ ਵਿੱਚ ਤਰਕੀਬ ਆਈ ਵੀ ਹੁਣ ਤਾਂ ਚੰਦੂ ਵੀ ਗੁਰੂ ਅਰਜਨ ਦੇਵ ਮਹਾਰਾਜ ਦਾ ਵੈਰੀ ਬਣ ਗਿਆ, ਤੇ ਜਹਾਂਗੀਰ ਦੇ ਉਦਾਲੇ ਕੋਲ ਪਾਸ ਰਹਿੰਦਾ, ਵਜ਼ੀਰ ਅਮੀਰ ਹੈ, ਦੀਵਾਨ ਹੈ, ਤੇ ਸੁਲਹੀ ਪਹਿਲਾਂ ਹੀ ਮੇਰਾ ਮਿੱਤਰ ਹੈ। ਹੁਣ ਗੁਰੂ ਅਰਜਨ ਦੇਵ ਮਹਾਰਾਜ ਨੂੰ ਫੜਾਉਣਾ ਹੋਰ ਵੀ ਸੌਖਾ ਹੈ, ਕਿਉਂਕਿ ਗੁਰੂ ਅਰਜਨ ਦੇਵ ਦਾ ਵੈਰ ਹੁਣ ਵੱਧ ਰਿਹਾ। ਉਹਨਾਂ ਧੀ ਦਾ ਰਿਸ਼ਤਾ ਜਵਾਬ ਦਿੱਤਾ ਚੰਦੂ ਨੂੰ, ਚੰਦੂ ਮੇਰੀ ਮਦਦ ਜ਼ਰੂਰ ਕਰੇਗਾ।
ਇਸ ਤਰ੍ਹਾਂ ਵਿਚਾਰ ਕਰਕੇ ਸਾਧ ਸੰਗਤ ਜੀ ਇਹਨੇ ਸੁਲਹੀ ਨੂੰ ਚਿੱਠੀ ਲਿਖੀ ਪ੍ਰਿਥੀ ਚੰਦ ਨੇ ਵੀ ਮੇਰੇ ਮਿੱਤਰ ਸੁਲਹੀ, ਤੂੰ ਮੇਰੇ ਵੱਡੇ ਵੱਡੇ ਕੰਮ ਕੀਤੇ ਐ, ਪਰ ਮੇਰਾ ਇੱਕ ਦੁਸ਼ਮਣ ਅਰਜੁਨ ਦੇ ਵਜੇ ਵੀ ਜਿਉਂਦਾ ਹੈ। ਤੇਰੇ ਐਡੇ ਵੱਡੇ ਅਹੁਦੇ ਹੋਣ ਦਾ ਮੈਨੂੰ ਕੀ ਲਾਭ? ਮੇਰੀ ਛਾਤੀ ਵਿੱਚ ਰੜਕਦਾ ਕੰਡਾ ਤੇਥੋਂ ਵੀ ਨਾ ਨਿਕਲਿਆ। ਇਸ ਤਰ੍ਹਾਂ ਮਿਹਣਾ ਜਿਹਾ ਬਣਾ ਕੇ ਚਿੱਠੀ ਲਿਖੀ। ਹਲਕਾਰੇ ਨੇ ਘੋੜੇ ਤੇ ਚੜ੍ਹ ਕੇ ਚਿੱਠੀ ਦਿੱਲੀ ਜਾ ਪਹੁੰਚਾਈ। ਸੁਲਹੀ ਨੇ ਪੜ੍ਹੀ ਚਿੱਠੀ ਤੇ ਵੇਖ ਕੇ ਬੜਾ ਗੁੱਸਾ ਜੰਮਣ ਆਉਂਦਾ ਵੀ ਪ੍ਰਿਥੀ ਚੰਦ ਦੀ ਗੱਲ ਠੀਕ ਹੈ, ਮੈਂ ਐਡਾ ਵੱਡਾ ਹਾਕਮ ਜਰਨੈਲ ਹੋ ਕਰਕੇ ਲਾਹਣਤ ਹੈ ਮੇਰੇ ਤੇ, ਜੇ ਮੈਂ ਇੱਕ ਸਾਧ ਨੂੰ ਨਾ ਕਾਬੂ ਕਰ ਸਕਾਂ ਤਾਂ ਇੱਕ ਫਕੀਰ ਨੂੰ ਕਾਬੂ ਨਹੀਂ ਕੀਤਾ। ਮੈਂ ਜ਼ਰੂਰ ਆਪਣੇ ਮਿੱਤਰ ਦੀ ਮਦਦ ਕਰਾਂਗਾ। ਤੇ ਸੁਲਹੀ ਸਾਧ ਸੰਗਤ ਜੀ ਫਿਰ ਉਸ ਦਿਨ ਤੋਂ ਬਹਾਨੇ ਲੱਭਣ ਲੱਗਿਆ ਵੀ ਕਿਵੇਂ ਮੈਂ ਬਾਦਸ਼ਾਹ ਤੋਂ ਕੁਝ ਫੌਜ ਲੈ ਕੇ ਤੇ ਅੰਮ੍ਰਿਤਸਰ ਚੜ੍ਹਾਈ ਕਰ ਦੇਵਾਂ। ਬਹਾਨਾ ਮਿਲ ਗਿਆ ਇੱਕ ਦਿਨ ਵੀ ਇਧਰ ਮਾਝੇ ਵਾਲੇ ਇਲਾਕੇ ਨੇ ਉਹ ਲਗਾਨ ਨਹੀਂ ਸੀ ਦਿੱਤਾ ਮਾਮਲਾ ਜ਼ਮੀਨ ਦਾ, ਤੇ ਇਹਨੇ ਬਹਾਨਾ ਜਿਹਾ ਬਣਾ ਲਿਆ ਵੀ ਜਹਾਂਗੀਰ ਪਾਤਸ਼ਾਹ, ਮਾਝੇ ਦੇਸ਼ ਵਿੱਚ ਲੋਕ ਲਗਾਨ ਦੇਣੋਂ ਹਟ ਗਏ ਐ, ਮਾਮਲਾ ਦੇਣੋਂ ਹਟ ਗਿਆ ਜ਼ਮੀਨਾਂ ਦਾ, ਜ਼ਮੀਨਦਾਰ ਹਟੇ ਤਾਂ ਆ ਵੀ ਉੱਥੇ ਇੱਕ ਆਪ ਮੁਹਾਰੇ ਗੁਰੂ ਅਰਜਨ ਦੇਵ ਨਾਮ ਦਾ ਮਨੁੱਖ ਗੁਰੂ ਬਣ ਬੈਠਾ ਹੈ, ਤੁਹਾਨੂੰ ਪਤਾ ਹੀ ਹੈ। ਤੇ ਉਹ ਇੱਥੋਂ ਦੇ ਹਿੰਦੂਆਂ ਨੂੰ ਜਿੰਨੇ ਵੀ ਕੋਈ ਵਾਹੀ ਵਾਣ ਹੈ ਜ਼ਿਮੀਂਦਾਰਾਂ ਨੂੰ ਵਿਗਾੜ ਰਿਹਾ, ਆਪਦੇ ਪਿੱਛੇ ਸੰਗਤ ਲਾ ਲਾ ਕੇ ਤੇ ਤੁਹਾਡੇ ਖਿਲਾਫ ਕਰੀ ਜਾਂਦਾ। ਕੋਈ ਲੋੜ ਨਹੀਂ ਲਗਾਨ ਦੇਣ ਦੀ, ਤੁਸੀਂ ਮਾਲਕ ਹੋ ਜ਼ਮੀਨਾਂ ਦੇ। ਇਹ ਇਹੋ ਜਿਹੀਆਂ ਮਨ ਘੜੌਤ ਗੱਲਾਂ ਕਹਿਣ ਲੱਗਿਆ। ਚੰਦੂ ਨੇ ਵੀ ਇਹਨਾਂ ਗੱਲਾਂ ਤੇ ਮੋਹਰ ਲਾਈ ਵੀ ਠੀਕ ਕਹਿੰਦਾ ਸੁਲਹੀ, ਬਿਲਕੁਲ ਇਸ ਤਰ੍ਹਾਂ ਹੀ ਹੈ, ਕਿਉਂਕਿ ਚੰਦੂ ਨੂੰ ਆਪ ਦਾ ਵੈਰ ਸੀ ਮਹਾਰਾਜ ਨਾਲ। ਫਿਰ ਜਿਵੇਂ ਸਾਧ ਸੰਗਤ ਜੀ ਇਹ ਸੁਲਹੀ ਫੌਜ ਲੈ ਕੇ ਚੜ੍ਹਦਾ ਹੈ, ਦਿੱਲੀ ਦੀ ਸੰਗਤ ਨੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਸਮਾਂ ਰਹਿੰਦਿਆਂ ਕੋਈ ਉਦਮ ਕਰ ਲਓ, ਬਚਾਅ ਕਰ ਲਓ। ਐਤਕੀ ਬਹੁਤ ਭਾਰੀ ਫੌਜ ਲੈ ਕੇ ਸੁਲਹੀ ਚੜ੍ਹ ਕੇ ਆ ਰਿਹਾ ਤੁਹਾਨੂੰ ਖਤਮ ਕਰਨ ਵਾਸਤੇ, ਅੰਮ੍ਰਿਤਸਰ ਨੂੰ ਉਜਾੜਨ ਵਾਸਤੇ। ਤਾਂ ਉਹ ਪ੍ਰਸੰਗ ਸਾਧ ਸੰਗਤ ਜੀ ਅੱਜ ਆ ਰਹੇ ਹੈ। ਜਿਵੇਂ ਸੁਲਹੀ ਚੜ੍ਹਾਈ ਕਰਕੇ ਇੱਥੇ ਪਹਿਲਾਂ ਪ੍ਰਿਥੀ ਚੰਦ ਕੋਲ ਆਇਆ ਮਾਲਵੇ ਵਿੱਚ, ਚਿੱਤ ਬਿਰਤੀ ਇਕਾਗਰ ਕਰ ਸ਼ਰਵਣ ਕਰੋ ਜੀ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਯਾਦ ਕਰੋ, ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੁਲਹੀ ਲਈ ਸ਼ਾਹੋ ਕੀ ਆਇਸ। ਜਹਾਂਗੀਰ ਬਾਦਸ਼ਾਹ ਨੇ ਫਰਮਾਨ ਸਾਧ ਸੰਗਤ ਜੀ ਸ਼ਾਹੀ ਜਾਰੀ ਕਰ ਦਿੱਤਾ ਵੀ ਠੀਕ ਹੈ ਤੁਸੀਂ ਜਾ ਸਕਦੇ ਹੋ, ਸੁਲਹੀ ਫੌਜ ਨਾਲ ਲੈ ਜਾ। ਸ਼ਾਹੀ ਫਰਮਾਨ ਲੈ ਕੇ ਸੁਲਹੀ ਬਾਦਸ਼ਾਹ ਦੇ ਦਰਬਾਰ ਚੋਂ ਖੁਸ਼ੀ ਖੁਸ਼ੀ ਮੁੜਿਆ ਹੈ। ਹਰਖਤ ਔਰ ਨਿਜ ਘਰ ਕੋ ਆਇਸ। ਤੇ ਬੜਾ ਖੁਸ਼ ਹੁੰਦਾ ਆਪਣੇ ਪਹਿਲਾਂ ਘਰ ਵਿੱਚ ਪਹੁੰਚਿਆ। ਕਰ ਵਿਚਾਰ ਚੰਦੂ ਟਿਕ ਗਇਓ। ਫਿਰ ਦਿਮਾਗ ਵਿੱਚ ਗੱਲ ਆਈ ਵੀ ਆਪਾਂ ਕੱਲ ਨੂੰ ਇਹ ਨਾ ਹੋਵੇ ਵੀ ਗੁਰੂ ਅਰਜਨ ਦੇ ਪਾਤਸ਼ਾਹ ਤੇ ਕੋਈ ਕਾਰਵਾਈ ਕਰ ਦਈਏ ਤੇ ਮੇਰੀ ਇੱਥੇ ਕੋਈ ਸੁਣੇ ਨਾ, ਕਿਉਂਕਿ ਸੰਗਤ ਬਹੁਤ ਹੈ ਗੁਰੂ ਅਰਜਨ ਦੇ ਪਾਤਸ਼ਾਹ ਦੇ ਨਾਲ। ਜੇ ਮੇਰੀ ਨੌਕਰੀ ਜਾਂਦੀ ਹੋਈ ਤੇ ਚੰਦੂ ਨੂੰ ਆਪਦੇ ਨਾਲ ਗੰਢਿਆ ਹੋਵੇ ਤੇ ਹੋਰ ਵੀ ਚੰਗਾ ਹੋਵੇਗਾ, ਕਿਉਂਕਿ ਜਦੋਂ ਇਹ ਮੇਰੀ ਹਾਮੀ ਭਰੇਗਾ ਮੇਰੀ ਨੌਕਰੀ ਨੂੰ ਕੋਈ ਖਤਰਾ ਨਾ ਹੋਵੇ। ਕਿਉਂਕਿ ਸਰਕਾਰੀ ਜਿਹੜੇ ਮਨੁੱਖ ਹੁੰਦੇ ਸਾਧ ਸੰਗਤ ਜੀ, ਜਿਹੜੇ ਕੋਈ ਥੱਲੇ ਵਾਲੇ ਹੁੰਦੇ ਨਾ, ਹੁਣ ਜਿਵੇਂ ਪੁਲਿਸ ਹੈ, ਹੇਠਲੇ ਜਿਹੜੇ ਕੋਈ ਇਹਨਾਂ ਤੋਂ ਕੰਮ ਲੈ ਲੈਂਦੇ, ਮੁੜ ਕੇ ਹੱਥ ਚੁੱਕ ਲੈਂਦੇ, ਫਿਰ ਇਹ ਵਹਿੰਦੇ ਫਿਰਦੇ ਵਿਚਾਰੇ। ਜਿਵੇਂ 1984 ਤੋਂ ਬਾਅਦ ਕਿੰਨੇ ਨੌਜਵਾਨ ਮੁੰਡੇ ਘਰਾਂ ਚੋਂ ਚੁੱਕ ਚੁੱਕ ਕੇ ਨਾ ਮਾਰੇ ਆ। ਤੇ ਜਦੋਂ ਹੁਣ ਉਹ ਸਰਕਾਰਾਂ ਉੱਤੋਂ ਇੱਧਰ ਉੱਧਰ ਹੋ ਗਈਆਂ, ਬਦਲ ਗਈਆਂ, ਹੁਣ ਫਿਰ ਉਹ ਫਸੇ ਫਿਰਦੇ ਆ, ਭੱਜੇ ਫਿਰਦੇ ਮੁਕੱਦਮੇ ਉਸੇ ਸਰਕਾਰਾਂ ਕੋਰਟ ਕਚਹਿਰੀਆਂ ਵਿੱਚ ਹੋਈ ਜਾਂਦੇ ਆ। ਤੇ ਹੁਣ ਉਹ ਜਿਨ੍ਹਾਂ ਨੇ ਕਰਵਾਏ ਸੀ ਲੀਡਰਾਂ ਨੇ, ਉਹ ਤਾਂ ਮਰ ਮੁੱਕ ਗਏ ਆ, ਕੁਝ ਮਾਰ ਮੂਰ ਦਿੱਤੇ ਹੁੰਦੇ ਆ। ਤੇ ਉਸ ਤੋਂ ਬਾਅਦ ਫਿਰ ਭੁਗਤਣਾ ਸਾਰਾ ਹੇਠਲੇ ਦਰਜੇ ਦੇ ਅਫਸਰਾਂ ਨੂੰ ਪੈਂਦਾ। ਇਸ ਕਰਕੇ ਸੁਲਹੀ ਨੇ ਸੋਚਿਆ ਵੀ ਇਹ ਨਾ ਹੋਵੇ ਕੱਲ ਨੂੰ ਉਤੋਂ ਸਰਕਾਰ ਦਰਬਾਰ ਬਦਲ ਜਾਵੇ ਤੇ ਮੁੜ ਕੇ ਮੇਰੀ ਖਿੱਚ ਤੂ ਹੋਵੇ, ਕਿਉਂ ਨਾ ਵੱਡੇ ਅਹੁਦੇਦਾਰ ਕਿਸੇ ਨੂੰ ਨਾਲ ਗੰਢ ਲਈਏ। ਇਹ ਸੋਚ ਕੇ ਚੰਦੂ ਦੇ ਘਰ ਪਹੁੰਚਿਆ ਹੈ। ਮਿਲ ਸਲਾਮ ਕਰ ਬੈਠਤ ਭਇਓ। ਤੇ ਸਲਾਮ ਕੀਤੀ ਹੈ ਚੰਦੂ ਨੂੰ, ਪਾਸ ਬੈਠ ਗਿਆ ਸੁਲਹੀ। ਸੁਨਹੁ ਦੀਵਾਨ ਬਾਕ ਅਸ ਮੋਰਾ। ਇਹ ਦੀਵਾਨ ਚੰਦੂ ਜੀ, ਮੈਂ ਇੱਕ ਗੱਲ ਕਰਨ ਆਇਆ।
ਜਰਾ ਸੁਣਨਾ ਕਰੋ ਜੀ। ਏਕ ਕਾਜ ਭਾ ਮਮ ਅਰ ਤੋਰਾ। ਇੱਕ ਕੰਮ ਹੈ, ਉਹ ਕੰਮ ਮੇਰੇ ਵੀ ਭਲੇ ਦਾ ਹੈ ਤੇ ਤੇਰੇ ਵੀ ਭਲੇ ਦਾ। ਤੇਰਾ ਵੀ ਕੰਮ ਉਹੀ ਹੈ, ਮੇਰਾ ਵੀ ਉਹੀ ਕੰਮ ਹੈ। ਜਿਨਹਿ ਹਟਾਵਨ ਕੀਨ ਸਨਾਤਾ। ਜਿਸ ਤੇਰੇ ਦੁਸ਼ਮਣ ਨੇ ਤੇਰੀ ਪੁੱਤਰੀ ਦਾ ਨਾਤਾ ਹਟਾਉਣਾ ਕੀਤਾ, ਮੋੜਨਾ ਕੀਤਾ, ਗੁਰੂ ਅਰਜਨ ਦੇਵ ਨੇ। ਸੋ ਮੇਰੋ ਬੈਰੀ ਬਖਿਆਤਾ। ਤੇ ਜਾਣ ਹੈ ਚੰਦੂ, ਉਹ ਮੇਰਾ ਵੀ ਵੈਰੀ ਹੈ, ਬੜਾ ਭਾਰੀ ਤਗੜਾ ਪ੍ਰਗਟ ਹੀ। ਮੈਂ ਅਬ ਜਾਤ ਗਾਹੋਂ ਕਹਿ ਮਾਰਾਂ। ਤੇ ਬਾਦਸ਼ਾਹ ਨੇ ਮੈਨੂੰ ਆਗਿਆ ਦੇ ਦਿੱਤੀ, ਹੁਣ ਮੈਂ ਜਾਵਾਂਗਾ ਅੰਮ੍ਰਿਤਸਰ ਸਾਹਿਬ ਫੌਜ ਲੈ ਕੇ, ਚੜ੍ਹਾਈ ਕਰਕੇ ਗੁਰੂ ਅਰਜਨ ਦੇਵ ਨੂੰ ਜਾਂ ਮਾਰ ਮੁਕਾਵਾਂਗਾ ਤੇ ਜਾਂ ਫੜ ਕੇ ਲੈ ਆਵਾਂਗਾ। ਨਹੀਂ ਕੁਸ਼ਲ ਜੁਤ ਤਿਆਗ ਸਿਧਾਰੋ। ਪਰ ਮੈਂ ਖੁਸ਼ੀ ਦੇ ਨਾਲ ਨਹੀਂ ਛੱਡ ਕੇ ਆਵਾਂਗਾ, ਸੌਖਾ ਨਹੀਂ, ਘਟ ਨਹੀਂ ਕਰਾਂਗਾ, ਚੜ ਕੇ ਗਿਆ ਹੋਇਆ। ਸ਼ਾਹੋ ਸਮੀਪ ਸਹਾਇਕ ਰਹੀ ਹੈ। ਪਰ ਚੰਦੂ ਮੇਰੀ ਤੇਰੇ ਪਾਸ ਇਹ ਦਰਖਵਾਸਤ ਹੈ, ਇਹ ਤੁਸੀਂ ਵੱਡੇ ਦੀਵਾਨ ਹੋ, ਬੜਾ ਉੱਡਾ ਵੱਡਾ ਤੁਹਾਡੇ ਕੋਲ ਵੀ ਕੱਲ ਨੂੰ ਕੋਈ ਮੇਰੇ ਤੇ ਗੱਲ ਜੇ ਆ ਗਈ ਨਾ ਵੀ ਗੁਰੂ ਅਰਜਨ ਦੇਵ ਨਿਰਦੋਸ਼, ਕਿਉਂਕਿ ਜਾਣਦਾ ਸੁਲਹੀ ਵੀ ਨਿਰਦੋਸ਼ ਹੈ। ਜੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਮੈਂ ਸ਼ਹੀਦ ਕਰ ਦਿੱਤਾ ਜਾਂ ਕੈਦ ਕਰ ਦਿੱਤਾ ਤੇ ਕੱਲ ਨੂੰ ਮੇਰੇ ਉੱਪਰ ਕੋਈ ਗੱਲ ਨਾ ਆਵੇ। ਬਾਦਸ਼ਾਹ ਜਹਾਂਗੀਰ ਦੇ ਪਾਸ ਮੇਰੀ ਹਮਾਇਤ ਕਰਨੀ ਤੁਸਾਂ ਨੇ। ਤਿਸ ਕੇ ਦੋਸ਼ ਮੋਰ ਗੁਣ ਕਹੀਆ ਹੈ। ਤੇ ਮੇਰੇ ਗੁਣ ਕਹਿਣੇ ਵੀ ਸੁਲਹੀ ਚੰਗਾ ਠੀਕ ਹੈ, ਆਪਦੇ ਹੱਕ ਤੇ ਹੈ, ਤੇ ਗੁਰੂ ਅਰਜਨ ਦੇਵ ਦੇ ਔਗਣ ਗਣਾ ਦੇਣੇ ਆ, ਗੁਰੂ ਅਰਜਨ ਦੇਵ ਨੂੰ ਝੂਠਾ ਦੱਸਣਾ ਹੈ। ਤੋਹੇ ਬੈਰ ਕੋ ਲੈ ਕਰ ਆਊਂ। ਤੇ ਬੇਫਿਕਰ ਹੋ ਜਾ, ਤੇਰੇ ਵੰਡੇ ਦਾ ਵੈਰ ਵੀ, ਤੇਰੀ ਧੀ ਦੇ ਰਿਸ਼ਤੇ ਵਾਲਾ ਵੈਰ ਵੀ ਮੈਂ ਲੈ ਕੇ ਆਵਾਂਗਾ। ਤਾਂ ਮੈਂ ਸੁਲਹੀ ਨਾਮ ਕਹਾਊਂ। ਵੈਰ ਲਏ ਬਿਨੇ ਮੁੜਦਾ ਨਹੀਂ, ਮੈਂ ਜ਼ਰੂਰ ਕੋਈ ਨਾ ਕੋਈ ਚੰਦ ਚਾੜ ਕੇ ਆਵਾਂਗਾ, ਨਹੀਂ ਤਾਂ ਮੈਨੂੰ ਸੁਲਹੀ ਨਾ ਆਖੀ, ਮੇਰਾ ਨਾਮ ਸੁਲਹੀ ਚੰਦ ਨਹੀਂ। ਮਾਝੇ ਦੇਸ਼ ਵਿਖੈ ਮਮ ਫੇਰਾ। ਮੈਂ ਹੁਣ ਛੇਤੀ ਮਾਝੇ ਦੀ ਧਰਤੀ ਤੇ ਫੇਰਾ ਮਾਰਨਾ ਹੈ। ਤਹਿ ਕਿਆ ਕਾਜ ਕਰਾਉ ਨਹਿ ਤੇਰਾ। ਤੇ ਹੁਣ ਕੀ ਉੱਥੇ ਗਿਆ ਮੈਂ ਤੇਰਾ ਕੰਮ ਨਾ ਕਰਾਂਗਾ ਚੰਦੂ ਦੀਵਾਨ, ਮੈਂ ਤੇਰਾ ਵੀ ਕੰਮ ਨਾਲ ਹੀ ਕਰਕੇ ਆਉਣਾ। ਮੈਂ ਮਾਮਲਾ ਲੈਣ ਤਾਂ ਜਾਣਾ ਹੀ ਹੈ, ਨਾਲ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਵਾਲਾ ਕਾਰਜ ਵੀ ਸਿਰੇ ਚਾੜਾਂਗਾ। ਨਾਤਾ ਫਿਰਿਓ ਮੋਹੇ ਦੁਖ ਲਾਗਾ। ਹੁਣ ਝੂਠ ਬੋਲਦਾ ਹੈ, ਕਿਉਂਕਿ ਜਿਸ ਤਨ ਲੱਗੀ ਸੋਈ ਜਾਨ ਹੈ, ਅਵਰ ਕੇ ਜਾਣੈ ਪੀਰ ਪਰਈਆ। ਕਹਿੰਦਾ ਜੀ ਤੁਹਾਡੀ ਪੁੱਤਰੀ ਦਾ ਰਿਸ਼ਤਾ ਜਿਹੜਾ ਜਵਾਬ ਦਿੱਤਾ ਹੈ ਨਾ, ਉਹਦਾ ਦੁੱਖ ਮੈਨੂੰ ਵੀ ਬੜਾ ਲੱਗਾ ਹੈ। ਗਾਹਾਂ ਜਾਏ ਕਰ ਜੇ ਨਹਿ ਭਾਗਾ। ਤੇ ਜੇ ਨਾ ਅਰਜੁਨ ਦੇਵ ਪਹਿਲਾਂ ਵਾਂਗੂ ਉੱਥੋਂ ਇੱਧਰ ਉੱਧਰ ਹੋ ਗਏ ਹੋਏ, ਜਿਵੇਂ ਪਿਛਲੀ ਵਾਰੀ ਚਲੇ ਗਏ ਹੈ, ਅੰਮ੍ਰਿਤਸਰ ਮੈਨੂੰ ਮਿਲ ਜਾਣ ਸਹੀ, ਤੇ ਚੁੱਪ ਚਪੀਤੇ ਜਾ ਕੇ ਮੈਂ ਪਕੜ ਲਵਾਂਗਾ, ਕੈਦ ਕਰ ਲਵਾਂਗਾ। ਸੁਨ ਚੰਦੂ ਹਰਖਿਓ ਸੁਖ ਭਇਓ। ਇਧਰ ਚੰਦੂ ਸੁਲਹੀ ਤੋਂ ਸੁਣ ਕੇ ਬੜਾ ਖੁਸ਼ ਹੋਇਆ ਹੈ। ਬਿਨਹੀ ਜਤਨ ਛਤਰ ਮਰ ਗਇਓ। ਕਿਉਂਕਿ ਮਨ ਚ ਸੋਚਦਾ ਵੀ ਕਿੱਥੇ ਮੈਨੂੰ ਕੋ ਉਦਮ ਕਰਨਾ ਪੈਣਾ ਸੀ ਅਰਜੁਨ ਦੇਵ ਨੂੰ ਮਾਰਨ ਦਾ, ਤੇ ਮੇਰੇ ਵੈਰੀ ਨੇ ਮਰ ਜਾਣਾ, ਮੈਨੂੰ ਕੋਈ ਲੋੜ ਵੀ ਨਹੀਂ ਪੈਣੀ ਸੁਲਹੀ ਦੇ ਹੱਥੋਂ ਹੀ। ਇਸ ਕਰਕੇ ਬੜਾ ਖੁਸ਼ ਹੁੰਦਾ ਵੀ ਮੇਰਾ ਕੰਮ ਤਾਂ ਆਪੇ ਹੀ ਹੋ ਚੱਲਿਆ ਹੈ। ਜਿਮ ਕੋ ਸਰਪ ਗਹਿਓ ਨਹਿ ਜਾਈ। ਜਿਵੇਂ ਕੋਈ ਸੱਪ ਜਿਹੜਾ ਫੜਿਆ ਨਾ ਜਾਂਦਾ ਹੋਵੇ। ਨਕਲ ਅਚਾਨਕ ਲੈ ਤਿਸ ਕਾਈ। ਤੇ ਜੋਗੀ ਤੋਂ ਸੱਪ ਕਾਬੂ ਨਾ ਆਵੇ, ਮਾਰਿਆ ਨਾ ਜਾਵੇ, ਤੇ ਅਚਾਨਕ ਹੀ ਕੋਈ ਨਿਉਲਾ ਆ ਕੇ ਉਹ ਸੱਪ ਨੂੰ ਮਾਰ ਦਿੰਦਾ ਹੈ। ਮੇਰਾ ਕੰਮ ਤਾਂ ਵਿੱਚੇ ਆਪੇ ਹੀ ਹੋ ਜਾਣਾ ਹੈ, ਮੈਨੂੰ ਕੋਈ ਉਦਮ ਕਰਨ ਦੀ ਲੋੜ ਨਹੀਂ। ਕਹਿਤ ਭਇਓ ਮੈਂ ਬਨਾ ਸਹਾਏ। ਤੇ ਚੰਦੂ ਬੋਲਿਆ ਸੁਲਹੀ ਚਿੰਤਾ ਨਾ ਕਰ, ਤੂੰ ਜੋ ਮਰਜ਼ੀ ਕਰ, ਮੈਂ ਤੇਰੀ ਹਾਮੀ ਭਰਾਂਗਾ। ਬਾਦਸ਼ਾਹ ਮੇਰੀ ਗੱਲ ਸੁਣਦਾ, ਬੜੀ ਤਾਕਤ ਮੇਰੇ ਕੋਲ ਹੈ, ਤੇ ਮੈਂ ਬਾਦਸ਼ਾਹ ਦੇ ਸਾਹਮਣੇ ਤੇਰਾ ਗਵਾਹ ਬਣਾਂਗਾ ਵੀ ਤੂੰ ਸੱਚਾ ਹੈ ਤੇ ਗੁਰੂ ਕੇ ਝੂਠੇ ਸਨ। ਲੇਹੋ ਮਮ ਦਿਸ਼ ਤੇ ਅਬ ਸਿਰੋ ਪਾਏ। ਤੇ ਲੈ ਹੁਣ ਮੇਰੇ ਕੋਲੋਂ ਸਿਰੋ ਪਾਉ ਲੈ ਕੇ, ਖਿਲਤ ਲੈ ਕਰਕੇ ਇੱਥੋਂ ਚਾਲਾ ਪਾ ਦੇ। ਇਮ ਕਹੈ ਬਸਤਰ ਮੋਲ ਬਹ ਕੇਰੇ। ਇਸ ਤਰ੍ਹਾਂ ਕਹਿ ਕੇ ਸਾਧ ਸੰਗਤ ਜੀ ਚੰਦੂ ਨੇ ਸੁਲਹੀ ਨੂੰ, ਇਸ ਫੌਜਦਾਰ ਨੂੰ ਬੇਸ਼ਕੀਮਤੀ ਕੱਪੜੇ ਬਸਤਰ ਦਿੱਤੇ ਆ। ਦੇਤ ਭਇਓ ਹਰ ਖਾਏ ਕਨੇਰੇ। ਤੇ ਦੋਵੇਂ ਹੀ ਗਲ ਮਿਲੇ ਆ, ਬੜਾ ਖੁਸ਼ ਹੋਏ ਹਨ। ਕਰਿਓ ਵਿਸਰਜਨ ਧੀਰਜ ਦੈ ਕੈ। ਬੜਾ ਧੀਰਜ ਦੇ ਕੇ ਵੀ ਮੈਂ ਤੇਰੇ ਨਾਲ ਆ, ਪਰਵਾਹ ਨਾ ਕਰ ਸੁਲਹੀ,
ਚੰਦੂ ਨੇ ਸੁਲਹੀ ਨੂੰ ਰਵਾਨਾ ਕਰ ਦਿੱਤਾ ਹੈ। ਸੁਲਹੀ ਚੜਿਓ ਸੈਣ ਸੰਗ ਲੈ ਕੇ, ਇਹ ਸੁਲਹੀ ਚੰਦ ਚੜ੍ਹੇ ਆਪਣੀ ਬਹੁਤ ਭਾਰੀ ਫੌਜ ਲੈ ਕਰਕੇ। ਦਿੱਲੀ ਕੀ ਸੰਗਤ ਲਖ ਪਾਇਓ, ਇਧਰ ਜਦੋਂ ਸਾਧ ਸੰਗਤ ਜੀ ਦਿੱਲੀ 'ਚ ਸਿੱਖ ਨੌਕਰੀਆਂ ਕਰਦੇ ਹੀ ਸਨ, ਜਦੋਂ ਸੁਲਹੀ ਫੌਜ ਲੈ ਕੇ ਅੰਮ੍ਰਿਤਸਰ ਨੂੰ ਚੜ੍ਹਿਆ ਤੇ ਸੰਗਤ ਨੂੰ ਪਤਾ ਲੱਗ ਗਿਆ ਵੀ ਇਹ ਚੰਗੀ ਨਹੀਂ ਕਰਨਗੇ। ਹੁਣ ਜਦੋਂ ਦਿੱਲੀ ਦੀਆਂ ਸੰਗਤਾਂ ਜਾਣਿਆ ਹੈ, ਦੇ ਅਰਦਾਸ ਇਕ ਦੂਤ ਪਠਾਇਓ, ਇੱਕ ਸਿੱਖ ਨੂੰ ਅਰਦਾਸ ਲਿਖ ਕੇ ਚਿੱਠੀ ਲਿਖ ਕੇ ਤੇ ਆਖਿਆ ਛੇਤੀ ਪਹੁੰਚ ਜਾ ਅੰਮ੍ਰਿਤਸਰ ਸਾਹਿਬ, ਭੇਜ ਦਿੱਤਾ ਹੈ ਤੂਰਨ ਨਿਸ ਦਿਨ ਗਮਨ ਵੀ ਤਜਈਐ, ਨਾ ਤੂੰ ਦਿਨੇ ਰੁਕਣਾ ਤੇ ਨਾ ਰਾਤ। ਇੱਕ ਰਾਸ ਘੋੜਾ ਦੜਾ ਕੇ ਬਿਨਾਂ ਰੁਕੇ ਬਿਨਾਂ ਥੱਕੇ ਟੁੱਟੇ ਛੇਤੀ ਫੌਜ ਤੋਂ ਪਹਿਲਾਂ ਗੁਰੂ ਅਰਜਨ ਦੇ ਪਾਤਸ਼ਾਹ ਦੇ ਪਾਸ ਅੰਮ੍ਰਿਤਸਰ ਪਹੁੰਚ ਜਾ। ਸ਼੍ਰੀ ਅਰਜਨ ਕੋ ਸਕਲ ਸੁਨਈਐ, ਤੇ ਸਾਡੀ ਚਿੱਠੀ ਸਾਰੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਸੁਣਾ ਦੇਣਾ ਕਰ। ਤਾਏ ਪੰਥ ਹਲਕਾਰਾ ਆਇਓ, ਤੋ ਜਿਹੜਾ ਹਲਕਾਰਾ ਭੇਜਿਆ ਨਾ ਚਿੱਠੀ ਦੇ ਕੇ, ਘੋੜਾ ਦੜਾਉਂਦਾ ਦਿਨ ਰਾਤ ਸਾਧ ਸੰਗਤ ਜੀ ਭਜਾ ਕੇ ਦੜਾ ਕੇ ਘੋੜਾ ਤੇ ਅੰਮ੍ਰਿਤਸਰ ਆਣ ਪਹੁੰਚਿਆ ਹੈ। ਸ਼੍ਰੀ ਸਤਿਗੁਰ ਕੋ ਸਕਲ ਸੁਨਾਇਓ, ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ, ਮੱਥਾ ਟੇਕਿਆ ਤੇ ਸਾਰੀ ਗੱਲਬਾਤ ਦਿੱਲੀ ਦੀ ਦੱਸ ਦਿੱਤੀ ਹੈ। ਲੈ ਕਰ ਹਾਥ ਪਠੀ ਅਰਦਾਸ, ਆਪਣੇ ਹੱਥ ਦਿੱਤੀ ਜਿਹੜੀ ਚਿੱਠੀ ਸਿੱਖਾਂ ਵੱਲੋਂ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਦੇ ਦਿੱਤੀ। ਸੱਚੇ ਪਾਤਸ਼ਾਹ ਦੀਆਂ ਇਸ ਪਾਸੋਂ ਚਿੱਠੀ ਲੈ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਨੇ ਪੜ੍ਹਨਾ ਕੀਤੀ ਹੈ। ਲਿਖ ਤੁਮ ਸਭ ਹੀ ਸੰਗਤ ਦਾਸ, ਚਿੱਠੀ 'ਚ ਲਿਖਿਆ ਹੈ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨਮਸਕਾਰ ਚਰਨੀ ਪੈਨੇ ਹਾਂ। ਗਰੀਬ ਨਵਾਜ, ਅਸੀਂ ਦਿੱਲੀ ਦੀ ਸੰਗਤ ਤੁਹਾਡੇ ਚਰਨਾਂ ਵਿੱਚ ਅਰਦਾਸ ਲਿਖਦੇ ਹਾਂ, ਚਿੱਠੀ ਲਿਖਦੇ ਹਾਂ। ਅਬ ਸੁਲਹੀ ਮਗ ਕੀਨ ਪਿਆਨਾ, ਪਾਤਸ਼ਾਹ ਸੁਲਹੀ ਜਿਹੜਾ ਪਹਿਲਾਂ ਵੀ ਚੜ੍ਹ ਕੇ ਆਇਆ ਤੇ ਪ੍ਰਿਥੀ ਚੰਦ ਦਾ ਮਿੱਤਰ ਤੇ ਤੁਹਾਡਾ ਵੈਰੀ, ਉਹ ਫੌਜ ਲੈ ਕੇ ਦਿੱਲੀੋਂ ਚੜ੍ਹ ਪਿਆ ਹੈ। ਆਇਆ ਤੁਮ ਦਿਸ਼ ਅਧਿਕ ਰਿਸਾਨ, ਬੜੇ ਗੁੱਸੇ ਦੇ ਨਾਲ ਤੁਹਾਡੇ ਵਾਲੇ ਪਾਸੇ ਵਧ ਰਿਹਾ ਹੈ। ਸ਼੍ਰੀ ਪ੍ਰਭੂ ਸਮਰੱਥ ਸਭ ਭਾਂਤੀ, ਮਹਾਰਾਜ ਅਸੀਂ ਜਾਣਦੇ ਹਾਂ ਵੀ ਤੁਸੀਂ ਸਾਰੇ ਤਰ੍ਹਾਂ ਦੇ ਨਾਲ ਸਮਰੱਥ ਹੋ, ਤੁਹਾਨੂੰ ਕਿਸੇ ਦੀ ਪਰਵਾਹ ਨਹੀਂ, ਬੇਪਰਵਾਹ ਸੱਚੇ ਪਾਤਸ਼ਾਹ ਹੋ। ਹਮਰੀ ਤੋ ਪਿਖ ਧਰਕਤ ਛਾਤੀ, ਪਰ ਮਹਾਰਾਜ ਜਿੰਨੀ ਫੌਜ ਨਾਮੋ ਲਸ਼ਕਰ ਲੈ ਕੇ ਗੁੱਸੇ ਨਾਲ ਸੁਲਹੀ ਚੜ੍ਹਿਆ ਹੈ, ਠੀਕ ਹੈ ਆਪ ਪਰਮੇਸ਼ਰ, ਤੁਹਾਨੂੰ ਕੋਈ ਭੈ ਡਰ ਨਹੀਂ ਕਿਸੇ ਦਾ, ਪਰ ਸਾਡੀ ਛਾਤੀ ਧੜਕਦੀ ਹੈ ਮਹਾਰਾਜ, ਅਸੀਂ ਬੜੇ ਡਰ ਗਏ ਹਾਂ। ਸਾਹੋ ਸਮੀਪ ਹੋਏ ਦੁਸ਼ਟ, ਕਿਉਂਕਿ ਮਹਾਰਾਜ ਜਿਹੜਾ ਬਾਦਸ਼ਾਹ ਜਹਾਂਗੀਰਣਾ, ਅੱਗੇ ਤਾਂ ਗੱਲ ਹੋਰ ਸੀ ਤੇ ਹੁਣ ਤਾਂ ਮਹਾਰਾਜ ਜਿੰਨੇ ਦੁਸ਼ਟ ਉਹਦੇ ਦੁਆਲੇ ਇਕੱਠੇ ਹੋਏ, ਵੀ ਜਿੰਨੇ ਤੁਹਾਡੇ ਵੈਰੀ ਆ ਚੰਦੂ ਵਰਗੇ, ਸੁਲਹੀ ਵਰਗੇ, ਪ੍ਰਿਥੀ ਚੰਦ ਵਰਗੇ, ਇਹ ਸਾਰੇ ਦੇ ਸਾਰੇ ਹੀ ਜਹਾਂਗੀਰ ਬਾਦਸ਼ਾਹ ਦੇ ਕੰਨ ਭਰਨ ਵਾਸਤੇ ਲਾਗੇ ਰਹਿੰਦੇ ਹਨ। ਗੁਰ ਸੋ ਕਰਹਿ ਨ ਕਾਜ ਅਨਿਸ਼ਟ, ਤੇ ਮਹਾਰਾਜ ਸਾਨੂੰ ਡਰ ਲੱਗਦਾ ਵੀ ਜਿਵੇਂ ਫੌਜ ਚੜਾ ਦਿੱਤੀ ਆ ਜਹਾਂਗੀਰ ਬਾਦਸ਼ਾਹ ਨੇ, ਤੇ ਕਿਤੇ ਮਹਾਰਾਜ ਡਰਦੇ ਆ ਵੀ ਗੁਰੂ ਘਰ ਵਿੱਚ ਕੋਈ ਆਪ ਹੁਦਰੀ ਨਾ ਕਰਨ, ਤੁਹਾਡੇ ਘਰ ਤੇ ਕੋਈ ਵਾਧਾ ਨਾ ਕਰਨ, ਨੁਕਸਾਨ ਨਾ ਕਰ ਦੇਣ ਜੀ। ਹਮਰੋ ਜੋਰ ਕਰਨ ਸੁਧ ਕੇਰੋ, ਮਹਾਰਾਜ ਸਾਡਾ ਕੋਈ ਜ਼ੋਰ ਨਹੀਂ ਇਹਨਾਂ ਤੇ, ਸਾਡਾ ਜ਼ੋਰ ਇੰਨਾ ਵੀ ਤੁਹਾਨੂੰ ਖਬਰ ਕਰ ਦਈਏ, ਤੇ ਸੋ ਅਸੀਂ ਤੁਹਾਨੂੰ ਖਬਰ ਕਰ ਦਿੱਤੀ ਹੈ। ਸੋ ਕਰ ਪਠੀ ਤੁਰਤ ਗਨ ਚੇਰੋ, ਅਸੀਂ ਮਹਾਰਾਜ ਸਾਰਿਆਂ ਤੁਹਾਡਿਆਂ ਸਿੱਖਾਂ ਸੇਵਕਾਂ ਨੇ ਸਾਡਾ ਬਲ ਪਿਆ, ਅਸੀਂ ਤੁਹਾਨੂੰ ਕੇਵਲ ਦੱਸ ਸਕਦੇ ਹਾਂ ਵੀ ਕੀ ਹੋ ਰਿਹਾ, ਜ਼ੋਰ ਸਾਡਾ ਕੋਈ ਨਹੀਂ, ਫੌਜ ਨਾਲ ਲੜ ਨਹੀਂ ਸਕਦੇ, ਅਸੀਂ ਦੱਸ ਦਿੱਤਾ ਹੈ। ਸ਼੍ਰੀ ਅਰਜਨ ਪਠ ਕਰ ਅਰਦਾਸ, ਸਤਿਗੁਰੂ ਅਰਜਨ ਦੇਵ ਮਹਾਰਾਜ ਜੀਆਂ ਚਿੱਠੀ ਬੋਲ ਕੇ ਪੜ੍ਹ ਕਰਕੇ ਕਰੀ ਮੌਨ ਬੈਠੇ ਸਿੱਖ ਪਾਸ, ਸੰਗਤ ਮਹਾਰਾਜ ਦੇ ਪਾਸ ਬੈਠੀ ਹੋਈ ਸੀ, ਹਜ਼ੂਰ ਨੇ ਬੋਲ ਕੇ ਚਿੱਠੀ ਪੜ੍ਹੀ ਤੇ ਚੁੱਪ ਕਰ ਗਏ ਹਨ। ਬ੍ਰਿੰਦ ਮਸੰਦ ਸਭਿਨ ਕੋ ਚਿੰਤਾ, ਜਿਹੜੇ ਮਸੰਦ ਸੀ ਗੁਰੂ ਘਰ ਦੇ, ਇਹ ਸੁਣ ਕੇ ਚਿੱਠੀ ਫੌਜ ਚੜ੍ਹੀ ਆਉਂਦੀ ਜਾਣ ਕੇ ਬੜੇ ਭੈ ਭੀਤ ਹੋ ਗਏ, ਚਿੰਤਾ ਸਹਿਤ ਹੋ ਗਏ ਹਨ। ਸ਼੍ਰੀ ਗੁਰ ਕੋ ਨਹਿ ਲਖ ਹੈ ਬ੍ਰਿਤੰਤਾ, ਤੇ ਇਹ ਹੁਣ ਵਿਚਾਰੇ ਕੀ ਜਾਣਦੇ ਵੀ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੀ ਭੈ ਪ੍ਰਵਾਹ ਹੈ ਕਿਸੇ ਦੀ, ਇਹ ਤਾਂ ਨਿਰਭਉ ਹਨ ਗਰੀਬ ਨਵਾਜ, ਇਹ ਤਾਂ ਦੂਜਿਆਂ ਦੀ ਰੱਖਿਆ ਕਰਨ ਵਾਲੇ ਲੋਕ ਤੇ ਪਰਲੋਕ ਦੇ ਰੱਖਿਅਕ ਹਨ। ਪਰ ਮਸੰਦ ਡਰ ਗਏ,
ਤੇ ਨਹੀਂ ਜਾਣਦੇ ਮਹਾਰਾਜ ਦੇ ਅੰਦਰ ਦੀ ਗਤ ਨੂੰ। ਤਬ ਸਭ ਹਿਨ ਕਰ ਜੋਰ ਬਖਾਨਾ। ਇਹਨਾਂ ਡਰਦਿਆਂ ਹੋਇਆਂ ਮਸੰਦਾ ਸਿੱਖਾਂ ਨੇ ਹੱਥ ਜੋੜ ਕੇ ਪਾਤਸ਼ਾਹ ਨੂੰ ਬੇਨਤੀ ਕੀਤੀ। ਪ੍ਰਭ ਜੀ ਕੌਣ ਜਤਨ ਅਬ ਠਾਨਾ। ਮਹਾਰਾਜ ਦੱਸੋ ਪਾਤਸ਼ਾਹ ਜੀ, ਵੀ ਹੁਣ ਫੌਜ ਚੜ੍ਹ ਕੇ ਆ ਰਹੀ ਹੈ, ਤੁਸੀਂ ਭਲਾ ਹੁਣ ਅੱਗੋਂ ਕੀ ਕਰੋਗੇ? ਤੁਹਾਡੇ ਅੰਦਰ ਕੀ ਚੱਲ ਰਿਹਾ ਹੈ? ਤੁਸੀਂ ਅੱਗੇ ਕੀ ਸੋਚਿਆ ਹੈ? ਜਿਸ ਤੇ ਬੈਠੇ ਨਿਸ਼ਚਲ ਹੋਏ। ਵੀ ਜਿਸ ਕਰਕੇ ਤੁਸੀਂ ਤਾਂ ਚੁੱਪ ਕਰਕੇ ਬੈਠ ਗਏ ਹੋ ਬੇਪਰਵਾਹ ਹੋ ਕੇ। ਵੀ ਦੱਸੋ ਮਹਾਰਾਜ, ਵੀ ਫੌਜ ਚੜ੍ਹ ਕੇ ਆ ਰਹੀ ਹੈ, ਤੁਸਾਂ ਫੌਜ ਨੂੰ ਜਵਾਬ ਦੇਣ ਵਾਸਤੇ, ਟਾਕਰੇ ਵਾਸਤੇ, ਬਚਾਅ ਵਾਸਤੇ ਕੀ ਸੋਚਿਆ ਹੈ? ਆਵਤ ਚੱਲਿਓ ਮਹਾਰਿਪ ਜੋਏ। ਕਿਉਂਕਿ ਵੇਖੋ ਮਹਾਰਾਜ, ਤੁਹਾਡਾ ਮਹਾਨ ਦੁਸ਼ਮਣ ਸੁਲਹੀ ਬੜੀ ਫੌਜ ਲੈ ਕੇ ਚੜ ਆ ਰਹੇ ਹੈ। ਹਮਰੋ ਧੀਰਜ ਹੋਤ ਬਿਨਾਸੀ। ਮਹਾਰਾਜ ਜਿਵੇਂ ਜਿਵੇਂ ਸਮਾਂ ਲੰਘਦਾ ਹੈ, ਫੌਜ ਆਉਂਦੀ ਜਾਣ ਕਰਕੇ ਸਾਡਾ ਧੀਰਜ ਨਾਸ਼ ਹੋਈ ਜਾਂਦਾ ਹੈ। ਮਹਾਰਾਜ ਸਾਡੇ ਹੌਸਲੇ ਟੁੱਟ ਰਹੇ ਹਨ। ਕਿਆ ਸੋ ਕਰ ਹੈ ਆਨ ਕਰ ਪਾਸੀ। ਜਦੋਂ ਆ ਗਈ ਫੌਜ ਚੜ ਕੇ, ਮਹਾਰਾਜ ਕੀ ਕਰਾਂਗੇ? ਆਪਾਂ ਲੜਨ ਜੋਗੇ ਵੀ ਨਹੀਂ ਪਾਤਸ਼ਾਹ। ਉਹ ਹਥਿਆਰਬੰਦ ਫੌਜ ਦਾ ਮੁਕਾਬਲਾ ਕਿਵੇਂ ਕਰਾਂਗੇ? ਕੁਛ ਸੈਨਾ ਕੋ ਨਾਹੇ ਨ ਜੋਰ। ਸੈਨਾ ਦੇ ਉੱਪਰ ਸਾਡਾ ਨਿਹੱਥਿਆ ਸਿੱਖਾਂ ਦਾ ਭਲਾ ਕੀ ਜ਼ੋਰ ਪਵੇਗਾ? ਜਿਸ ਤੇ ਸਮੁਖ ਜੰਗ ਦੇ ਜੋਰ। ਮਹਾਰਾਜ ਵੀ ਜੇ ਜ਼ੋਰ ਹੋਵੇ ਤੇ ਜੰਗ ਕਰ ਲਈਏ ਤੇ ਕਿਵੇਂ ਪਾਤਸ਼ਾਹ? ਮਹਾਰਾਜ ਆਪਾਂ ਕੋਈ ਸ਼ਾਸਤਰ ਨਹੀਂ, ਇਹ ਨਿਹੱਥੇ ਸਿੱਖ ਕੀ ਫੌਜ ਦਾ ਮੁਕਾਬਲਾ ਕਰਨਗੇ? ਤੋ ਸਾਧ ਸੰਗਤ ਜੀ, ਇੱਥੇ ਹੁਣ ਕਈ ਕਹਿੰਦੇ ਹਨ ਵੀ ਸ਼ਾਸਤਰਾਂ ਦੀ ਲੋੜ ਨਹੀਂ। ਕਈ ਪ੍ਰਚਾਰਕ ਵੀ ਕਹਿੰਦੇ ਨਹੀਂ ਜੀ, ਉਸ ਸਮੇਂ ਦੀ ਲੋੜ ਸੀਗੀ ਸ਼ਾਸਤਰ, ਜਦੋਂ ਹੁਣ ਅਖੇ ਜੀ ਵਿਚਾਰ ਦੇ ਯੁੱਗ ਆ ਗਿਆ ਹੈ, ਹੁਣ ਵਿਚਾਰਾਂ ਦੀ ਗੱਲ ਹੈ। ਵਿਚਾਰ ਸਾਧ ਸੰਗਤ ਜੀ ਉਹਦੇ ਨਾਲ ਕੀਤੀ ਜਾਂਦੀ ਹੈ ਜਿਹਦੀ ਵਿਚਾਰ ਦੀ ਹੈਸੀਅਤ ਹੋਵੇ। ਨੰਗਾ ਮਲੰਗਾ ਨੂੰ, ਮਜ਼ਲੂਮਾਂ ਨੂੰ ਕੌਣ ਬਹਿਣ ਦਿੰਦਾ ਵਿਚਾਰ ਕਰਨ ਵਾਸਤੇ? ਆ ਚੰਦੂ ਦੀਵਾਨ ਸੀ ਨਾ, ਉਦੋਂ ਹਿੰਦੂ ਹੈ, ਤੇ ਹਿੰਦੁਸਤਾਨ ਦੀ ਹਾਲਤ ਕੀ ਸੀ? ਮੂੰਹ ਖੋਲੋ ਤੇ ਤੁਹਾਡੇ ਮੂੰਹ ਵਿੱਚ ਥੁੱਕੀਏ। ਪਾਣ ਵੀ ਇਹ ਜਰਵਾਣ ਇਹਨਾਂ ਦੇ ਮੂੰਹ 'ਚ ਥੁੱਕਦੇ ਰਹੇ। ਤੇ ਇਹਨਾਂ ਨੂੰ ਕਦੇ ਸੱਦਿਆ ਕਿਸੇ ਨੇ ਵੀ ਆਓ ਤੁਹਾਡੇ ਨਾਲ ਟੇਬਲ ਟਾਕ ਕਰੀਏ, ਤੁਹਾਡੇ ਨਾਲ ਵਿਚਾਰ ਕਰੀਏ, ਅਸੀਂ ਸਾਡੇ ਬਰਾਬਰ ਬਹੋ? ਤੁਹਾਨੂੰ ਬਰਾਬਰ ਉਦੋਂ ਬਹਿਣ ਦਿੱਤਾ ਜਾਵੇਗਾ ਜਦੋਂ ਤੁਸੀਂ ਜਰਵਾਣਿਆਂ ਨੂੰ ਮਜਬੂਰ ਕਰੋਗੇ। 1734 ਵਿੱਚ ਅਬਦਾਲੀ ਵੱਲੋਂ ਫਿਰ ਭੇਜੀਆਂ ਸੀ ਨਵਾਬੀਆਂ ਸਿੱਖਾਂ ਨੂੰ। ਕਿਉਂ ਭੇਜੀਆਂ? ਕੌਮਾਂ ਬੜੀਆਂ ਸੀ, ਮਰਾਠਿਆਂ ਨੂੰ ਨਹੀਂ ਕਿਸੇ ਨੇ ਭੇਜੀ। ਗੱਲਬਾਤ ਦਾ ਸੱਦਾ ਮਰਾਠਿਆਂ ਨੂੰ ਨਹੀਂ ਭੇਜਿਆ। ਰਾਜਪੂਤ ਕੁਚਲ ਛੱਡੇ ਇਹਨਾਂ ਨੇ 18ਵੀਂ ਸਦੀ ਵਿੱਚ। ਵੱਡਿਆਂ ਵੱਡਿਆਂ ਰਿਆਸਤਾਂ ਨੂੰ ਮਲੀਆ ਮੇਟ ਕਰ ਦਿੱਤਾ, ਕਿਸੇ ਨੂੰ ਨਹੀਂ ਸੱਦਾ ਭੇਜਿਆ। ਅਬਦਾਲੀ ਨੇ ਦਿੱਲੀ ਤੇ ਚੜ੍ਹਾਈ ਕੀਤੀ ਤੇ ਇੱਕ ਵਾਰੀ ਗੱਲ ਕਰਨ ਦਾ ਮੌਕਾ ਨਹੀਂ ਦਿੱਤਾ। ਪਰ ਜਿਸ ਕੌਮ ਦੀ ਗਿਣਤੀ ਉਹਨਾਂ ਸਮਿਆਂ ਵਿੱਚ ਕੇਵਲ ਤੇ ਕੇਵਲ ਜਿਹੜੇ ਤਿਆਰ ਸਿੱਖ ਮਸਾਂ 3-4 ਹਜ਼ਾਰ ਸੀ, ਚ ਵੱਡੇ ਘੱਲੂਘਾਰੇ ਤੋਂ ਬਾਅਦ ਦੀ ਘਟਨਾ। ਤੋਂ 3-4 ਹਜ਼ਾਰ ਸਿੱਖਾਂ ਦੀ ਕੇਵਲ ਗਿਣਤੀ, ਤੇ ਉਹਨਾਂ ਨੂੰ ਅਹਿਮਦ ਸ਼ਾਹ ਅਬਦਾਲੀ, ਅਫਗਾਨਿਸਤਾਨ ਦਾ ਜਨਮਦਾਤਾ, ਸੱਦਾ ਭੇਜ ਰਿਹਾ ਵੀ ਆਓ ਮੇਰੇ ਨਾਲ ਗੱਲਬਾਤ ਕਰੋ, ਮੈਂ ਤੁਹਾਨੂੰ ਇੱਥੋਂ ਦੀ ਨਵਾਬੀ ਦੇ ਦੇਣਾ, ਬਾਕੀ ਭਾਰਤ ਤੇ ਅਸੀਂ ਜੋ ਮਰਜ਼ੀ ਕਰੀਏ, ਤੁਸੀਂ ਵਿੱਚ ਨਾ ਬੋਲੋ। ਕਿਉਂ ਨਵਾਬੀ ਵਾਸਤੇ ਸੱਦੇ ਆਏ, ਵਿਚਾਰਾਂ ਦੇ ਸੱਦੇ ਆਏ? ਕਿਉਂਕਿ ਜੰਗ ਦੇ ਮੈਦਾਨ ਵਿੱਚ ਅਸੀਂ ਤਗੜੇ ਸੀ ਉਹਨਾਂ ਸਮਿਆਂ ਵਿੱਚ। ਤੋ ਇੱਥੇ ਸਿੱਖ ਕਹਿੰਦੇ ਮਹਾਰਾਜ ਕਿਵੇਂ ਮੁਕਾਬਲਾ ਕਰਾਂਗੇ? ਤੋ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਕੋਈ ਦੋਸ਼ ਹੈ? ਸੱਚੇ ਪਾਤਸ਼ਾਹ ਨੂੰ ਨਹੀਂ ਭਾਇਆ। ਸਾਧ ਸੰਗਤ ਜੀ, ਚੰਦੂ ਨੇ ਬੱਕੜਬਾਦ ਕੀਤਾ, ਮਹਾਰਾਜ ਦੇ ਘਰ ਨੂੰ ਮੰਦਾ ਬੋਲਿਆ, ਮਹਾਰਾਜ ਨੇ ਰਿਸ਼ਤੇ ਤੋਂ ਜਵਾਬ ਦੇ ਦਿੱਤਾ। ਪਰ ਹੁਣ ਵੇਖੋ ਵੀ ਇਹ ਤਾਕਤ ਜਿਹੜੀ ਹੈ ਕੁਰਸੀ ਦੀ, ਉਹ ਕੀ ਕੁਝ ਕਰਵਾ ਰਹੀ ਹੈ। ਮਾਲਾ ਫੜਦੇ ਹੱਥਾਂ ਨੂੰ ਸ਼ਹੀਦ ਕੀਤਾ ਜਾ ਰਿਹਾ। ਇਸ ਕਰਕੇ ਸਾਧ ਸੰਗਤ ਜੀ, ਜਿਵੇਂ ਇੱਕ ਪ੍ਰਮਾਣ ਦਿੰਦੇ ਹੁੰਦੇ ਹੈ ਸ਼ਾਸਤਰ ਦੀ, ਕਹਿੰਦੇ ਕਿੰਨੀ ਕੁ ਲੋੜ ਹੈ? ਕਹਿੰਦੇ ਮੰਨ ਲਓ ਇੱਕ ਜੱਟ ਖੇਤੀਬਾੜੀ ਕਰਦਾ ਹੈ, 6 ਮਹੀਨੇ ਫਸਲ ਪਾਲਣ ਤੇ ਲਾਉਂਦਾ ਹੈ, ਦਿਨ ਰਾਤ ਜਾਗਦਾ, ਪਾਣੀ ਲਾਉਂਦਾ ਹੈ, ਰੇਹਾਂ ਸਪਰੇਆਂ ਖਾਦਾਂ, ਕਿੰਨੀ ਮੁਸ਼ਕਲ ਸਹਿੰਦਾ ਹੈ, ਸੱਪਾਂ ਦੀਆਂ ਸ਼ਰੀਆਂ ਮਿੱਧਦਾ ਹੈ। ਉਹ ਫਸਲ ਵੱਢ ਕੇ ਦਾਣੇ ਵੇਚਣ ਜਾਂਦਾ ਬਾਜ਼ਾਰ ਸ਼ਹਿਰ, ਦਾਣੇ ਵੇਚ ਕੇ ਆੜ੍ਹਤੀ ਕੋਲੋਂ ਮਾਇਆ ਲਿਆਵੇ ਵੱਟ ਕੇ। ਉਹ ਲਿਆਂਦੀ ਹੋਈ ਮਾਇਆ ਲੈ ਕੇ ਤੇ
ਆਪਣੇ ਮੋਟਰਸਾਈਕਲ ਸਕੂਟਰ ਕਾਰ ਤੇ ਚੜ੍ਹ ਕੇ ਘਰੇ ਆ ਰਿਹਾ ਤੇ ਰਾਹ 'ਚ ਦੋ ਬੰਦਿਆਂ ਹੱਥ ਕਰਕੇ ਦੋ ਧੌਣ 'ਚ ਮਾਰੀਆਂ, ਨਾਲੇ ਕਾਰ ਗੱਡੀ ਮੋਟਰ ਖੋਹ ਲਈ ਤੇ ਨਾਲੇ ਉਹ ਪੈਸੇ ਕੱਢ ਲਏ ਸਾਰੇ ਦੇ ਸਾਰੇ। 6 ਮਹੀਨਿਆਂ ਦੀ ਫਸਲ ਦੀ ਕਮਾਈ ਵੀ ਉਹ ਲੈ ਗਏ ਤੇ ਇਹ ਕੀ ਰਹਿ ਗਿਆ ਕਰਦਾ, ਕੁਝ ਵੀ ਪੱਲੇ ਨਾ ਪਿਆ। ਤੋ ਆਪਦੇ ਬਚਾਅ ਵਾਸਤੇ ਸ਼ਾਸਤਰ ਧਾਣੀ ਹੋਣਾ ਸਾਧ ਸੰਗਤ ਜੀ ਕੋਈ ਜ਼ੁਲਮ ਨਹੀਂ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ਼ਾਸਤਰ ਧਾਰੀ ਹੋਏ। ਕਿਉਂ ਹੋਏ? ਕਿਉਂਕਿ ਉਹ ਸਮੇਂ ਮਾਲਾ ਫੇਰਦੇ, ਨਾਮ ਜਪਦੇ ਸਾਧ ਸੰਗਤ ਜੀ ਜਦੋਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ, ਵਾਹਿਗੁਰੂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਹੜੇ ਸ਼ਾਂਤੀ ਦੇ ਪੁੰਜ ਸਨ, ਸਾਰੀ ਕਾਇਨਾਤ ਦੇ ਸਾਂਝੇ ਰਹਿਬਰ ਸਨ। ਬਾਹਮਣ ਖੱਤਰੀ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ, ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਨ ਆਈ। ਐਸੇ ਸਤਿਗੁਰਾਂ ਨੂੰ ਜਦੋਂ ਸ਼ਹੀਦ ਕੀਤਾ ਗਿਆ, ਫਿਰ ਪਾਤਸ਼ਾਹ ਸ਼ਸਤਰ ਧਾਰੀ ਹੋਏ। ਤੋ ਫੇਰ ਨਹੀਂ ਸਾਧ ਸੰਗਤ ਜੀ ਕਿਸੇ ਨੂੰ ਐ ਸ਼ਹੀਦ ਕੀਤਾ। ਫਿਰ 4 ਜੰਗਾਂ ਲੜੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਤੇ ਵੱਡੇ ਵੱਡੇ ਜਰਵਾਣੇ ਫਿਰ ਮਿੱਟੀ ਚ ਰੋਲੇ ਸੀ। ਤੋ ਇਸ ਤਰ੍ਹਾਂ ਉਹ ਸਿੱਖ ਕਹਿੰਦੇ ਪਾਤਸ਼ਾਹ ਮਹਾਰਾਜ ਵੀ ਆਪਾਂ ਲੜਨ ਜੋਗੇ ਵੀ ਨਹੀਂ, ਸ਼ਾਸਤਰ ਕਿਸੇ ਦੇ ਪਾਸ ਨਹੀਂ ਹੈ, ਫੌਜ ਚੜ੍ਹ ਕੇ ਆ ਰਹੀ ਹੈ। ਮਹਾਰਾਜ ਸਾਡਾ ਕੋਈ ਜ਼ੋਰ ਨਹੀਂ ਫੌਜ ਦੇ ਅੱਗੇ, ਆਪ ਕੋਈ ਹੀਲਾ ਕਰੋ ਜੀ। ਤੁਮ ਭਰਾਤਾ ਜੇਸ਼ਟ ਕੋ ਮੀਤ। ਮਹਾਰਾਜ ਜਿਹੜਾ ਤੁਹਾਡਾ ਭਰਾ ਹੈ ਨਾ ਵੱਡਾ ਸੁਲਹੀ, ਵਾਹਿਗੁਰੂ ਪ੍ਰਿਥੀ ਚੰਦ, ਸੁਲਹੀ ਪ੍ਰਿਥੀ ਚੰਦ ਦਾ ਬੜਾ ਮਿੱਤਰ ਪਿਆਰਾ ਹੈ। ਨਹਿ ਦੇਖਤ ਕੁਛ ਨੀਤ ਨੀਤ। ਮਹਾਰਾਜ ਉਹਦੀ ਚੁੱਕ ਦਿੱਤੀ ਹੋਈ ਹੈ ਪ੍ਰਿਥੀ ਚੰਦ ਦੀ ਸੁਲਹੀ ਨੂੰ, ਉਹਨੇ ਕੁਝ ਨਹੀਂ ਵੇਖਣਾ ਚੰਗਾ ਮਾੜਾ, ਉਹਨੂੰ ਜੋ ਲੱਗਿਆ ਉਹਨੇ ਇੱਥੇ ਆ ਕੇ ਬੜੀ ਤਬਾਹੀ ਮਚਾਉਣੀ ਹੈ। ਆਗਲ ਬਾਰ ਆਏ ਰਿਸ ਭਰਿਓ। ਤੁਹਾਨੂੰ ਪਤਾ ਇੱਕ ਵਾਰੀ ਪਹਿਲਾਂ ਵੀ ਆਇਆ ਹੋਇਆ ਸੀ ਇਹ ਇੱਥੇ ਬੜੇ ਗੁੱਸੇ ਦੇ ਨਾਲ। ਨੀਠ ਨੀਠ ਤਬ ਮੋਰਨ ਕਰਿਓ। ਤੇ ਮਹਾਰਾਜ ਉਹ ਮਸਾ ਇੱਥੋਂ ਮੁੜਨਾ ਹੋਇਆ ਸੀ ਉਸ ਸੁਲਹੀ ਦਾ, ਜਦੋਂ ਆਪ ਵਡਾਲੀ ਚਲੇ ਗਏ ਸੀ। ਸਾਹੋ ਸਾਹੋ ਨ ਤੁਮ ਸੋ ਬਿਗੜਿਓ ਚਾਹੈ। ਮਹਾਰਾਜ ਅਸੀਂ ਜਾਣਦੇ ਆਂ ਵੀ ਜਿਹੜਾ ਬਾਦਸ਼ਾਹ ਹੈ ਨਾ, ਉਹ ਭਾਵੇਂ ਨਹੀਂ ਤੁਹਾਡੇ ਨਾਲ ਵਿਗੜਿਆ ਚਾਹੁੰਦਾ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਸ਼ਰਧਾਲੂ ਪਰਿਵਾਰ ਬਾਦਸ਼ਾਹ ਦਾ, ਤਉ ਦੁਸ਼ਟ ਇਹ ਨੀਤ ਟਿਗ ਰਹਿ। ਪਰ ਮਹਾਰਾਜ ਵੇਖੋ ਨਾ ਵੀ ਇਹ ਦੁਸ਼ਟ ਲੋਕ ਸਦਾ ਜਹਾਂਗੀਰ ਦੇ ਕੋਲ ਰਹਿੰਦੇ ਆ, ਕੰਨ ਭਰੀ ਜਾਣਗੇ ਤੇ ਕਦੇ ਤਾਂ ਬਾਦਸ਼ਾਹ ਇਹਨਾਂ ਦੀ ਗੱਲ ਤੇ ਇਤਬਾਰ ਕਰੇਗਾ ਨਾ। ਗਰੀਬ ਨਵਾਜ ਦੁਸ਼ਟ ਇਹਨਾਂ ਦੇ ਕੋਲ ਰਹਿੰਦੇ ਆ ਜਹਾਂਗੀਰ ਦੇ, ਤੇ ਤੁਹਾਡੇ ਖਿਲਾਫ ਬੜੀਆਂ ਚੁਗਲੀਆਂ ਅਣਹੋਈਆਂ ਗੱਲਾਂ ਕਰਦੇ ਹਨ। ਤੁਮ ਦਿਸ਼ ਅਨੇਕ ਤੂਫਾਨ ਉਠਾਵਹਿ। ਵੇਖਿਆ ਜੇ ਚੰਦੂ ਵਰਗੇ ਤੁਹਾਡੇ ਵਾਲੇ ਪਾਸੇ ਬੜੇ ਵੱਡੇ ਵੱਡੇ ਤੂਫਾਨ ਉਠਾਵਣਗੇ। ਕਹਿ ਅਧਿਕ ਸਦਾ ਬਿਗਰਾਵਹਿ। ਬਾਦਸ਼ਾਹ ਨੂੰ ਕਹਿ ਕੇ ਦਿਨ ਬਰ ਦਿਨ ਤੁਹਾਡੇ ਖਿਲਾਫ ਕਰਨਗੇ, ਬੜਾ ਵਿਗਾੜ ਪਾਉਣਗੇ। ਆਪ ਕਰੀ ਤੂਸ਼ਣ ਕਿਸ ਕਾਰਨ। ਪਰ ਦੱਸੋ ਮਹਾਰਾਜ ਕਿਸ ਕਾਰਨ ਤੁਸਾਂ ਨੇ ਚਿੱਠੀ ਪੜ੍ਹ ਕੇ ਚੁੱਪੀ ਧਾਰ ਲਈ, ਕੁਝ ਬੋਲੇ ਨਹੀਂ। ਤ੍ਰਿਤ ਹਮ ਲਹੈ ਸੋ ਕਰਹ ਉਚਾਰਨ। ਕੁਝ ਮਹਾਰਾਜ ਬੋਲੋ ਤਾਂ ਕਿ ਸਾਨੂੰ ਵੀ ਧੀਰ ਜਾ ਜਾਵੇ ਵੀ ਆਪ ਜੀ ਨੇ ਆਹ ਬੰਦੋਬਸਤ ਕੀਤਾ ਹੈ। ਬੁਰਾ ਕਰਨ ਵੈਰੀ ਟਿਗ ਆਵਤ। ਜਰਾ ਵੇਖੋ ਮਹਾਰਾਜ ਜੀ, ਬੁਰਾ ਕਰਨ ਵਾਸਤੇ ਸੁਲਹੀ ਵੈਰੀ ਤੁਹਾਡਾ ਚੜ ਕੇ ਆ ਰਿਹਾ ਹੈ। ਨਹਿ ਉਪਾਓ ਤੁਮ ਕਛੂ ਬਨਾਵਤ। ਤੇ ਆਪ ਸ਼ਾਂਤੀ ਧਾਰ ਕੇ ਬੈਠੇ ਗਰੀਬ ਨਵਾਜ, ਕੋਈ ਉਦਮ ਨਹੀਂ ਕਰ ਰਹੇ ਹੋ। ਜਿਮ ਕੂਕਰ ਤੇ ਤਰਾਸਤ ਹਰਨ। ਮਹਾਰਾਜ ਜਿਵੇਂ ਕੁੱਤਿਆਂ ਤੋਂ ਡਰਦਾ ਜਿਹੜਾ ਹਰਨ ਹੁੰਦਾ ਹੈ, ਤਿਮ ਹਮਰੀ ਗਤ ਹੈ ਤੁਮ ਸਰਨ। ਮਹਾਰਾਜ ਸਾਡੀ ਤਾਂ ਉਹ ਹਾਲਤ ਹੈ, ਸਾਡੇ 'ਚ ਹੌਸਲਾ ਕੋਈ ਨਹੀਂ। ਜਿਵੇਂ ਕੁੱਤਿਆਂ ਤੋਂ ਹਰਨ ਡਰ ਜਾਂਦੇ ਆ, ਮਹਾਰਾਜ ਸਾਡਾ ਕੋਈ ਹੌਸਲਾ ਨਹੀਂ, ਤੁਹਾਡੀ ਸ਼ਰਨ ਵਿੱਚ ਬੈਠੇ ਹੋਏ ਆ ਮਹਾਰਾਜ। ਪਰ ਗਰੀਬ ਨਵਾਜ ਸਾਡੇ ਵਿੱਚ ਹੌਸਲਾ ਨਹੀਂ ਤੁਹਾਡੇ ਵਰਗਾ। ਸ਼੍ਰੀ ਸਤਿਗੁਰ ਕਰ ਲਿਓ ਮਿਲਾਪ। ਮਹਾਰਾਜ ਕਿਰਪਾ ਕਰੋ, ਤੁਸੀਂ ਨਹੀਂ ਜੇ ਨਹੀਂ ਮਹਾਰਾਜ ਹੋਰ ਕੋਈ ਉਦਮ ਕਰਨਾ ਤੇ ਆਪਣੇ ਭਰਾਤਾ ਦੇ ਨਾਲ ਹੀ ਮੇਲ ਮਿਲਾਪ ਕਰ ਲਵੋ। ਕਹਿ ਤਜ ਥਾਨ ਚੱਲਹੁ ਕਿਤ ਆਪ। ਮਹਾਰਾਜ ਤੁਸੀਂ ਪ੍ਰਿਥੀ ਚੰਦ ਨਾਲ ਸੁਲਾਹ ਕਰ ਲਓ, ਜੇ ਨਹੀਂ ਤੇ ਮਹਾਰਾਜ ਫਿਰ ਇਥੋਂ
ਅੰਮ੍ਰਿਤਸਰ ਛੱਡ ਕੇ ਪਹਿਲਾਂ ਵਾਂਗੂ ਕਿਤੇ ਆਸੇ-ਪਾਸੇ ਹੋ ਜਾਈਏ, ਕਿਤੇ ਜੰਗਲ ਨੂੰ ਚਲੇ ਜਾਈਏ ਜੀ। ਐਸੀ ਹੋਏ ਨਾ ਜੇ ਚੱਲ ਆਵੈ, ਇਹ ਨਾ ਹੋਵੇ ਮਹਾਰਾਜ ਆਪਾਂ ਕੁਝ ਨਾ ਕਰੀਏ, ਚੁੱਪ ਬੈਠੇ ਰਹੀਏ ਤੇ ਫੌਜ ਚੜ ਕੇ ਆ ਜਾਵੇ ਕਰਹਿ ਸ਼ਤਰਤਾ ਗਹਿ ਲੈ ਜਾਵੈ। ਤੇ ਆਪ ਨੂੰ ਫੜ ਕੇ ਲੈ ਜਾਵੇ ਤੇ ਇੱਥੇ ਬੜਾ ਨੁਕਸਾਨ ਕਰ ਜਾਵੇ ਸੰਗਤਾਂ ਦਾ। ਤਬ ਸਭ ਬਿਦ ਹੀ ਮੁਸ਼ਕਲ ਬਨੇ, ਫੇਰ ਮਹਾਰਾਜ ਕੋਈ ਹੱਲ ਨਹੀਂ ਹੋਣਾ। ਸਾਰੀਆਂ ਤਰੀਕੇ ਤੌਰ ਉਦਮ ਕੀਤੇ, ਪਹਿਲਾਂ ਕੋਈ ਉਦਮ ਕਰ ਲਈਏ ਚੰਗਾ ਹੈ, ਜੇ ਫੌਜ ਚੜ ਕੇ ਆ ਗਈ ਨਾ ਮਹਾਰਾਜ ਕੋਈ ਹੀਲਾ ਨਹੀਂ ਹੋਵੇਗਾ। ਸਾਹੋ ਸਮੀਪ ਦੁਸ਼ਟ ਹੈ ਕਨੇ, ਕਿਉਂਕਿ ਤੁਸੀਂ ਜਾਣਦੇ ਹੋ ਬਾਦਸ਼ਾਹ ਜਹਾਂਗੀਰ ਦੇ ਕੋਲ ਜਿੰਨੇ ਨਾਲ ਰਹਿਣ ਵਾਲੇ ਸਾਰੇ ਤੁਹਾਡੇ ਵੈਰੀ ਦੁਸ਼ਟ ਲੋਕ ਹਨ। ਹਮਕੋ ਉੱਤਰ ਦੀਜਹਿ ਸੁਆਮੀ, ਹੇ ਸੁਆਮੀ ਸਾਡੇ ਮਾਲਕ ਧੀਰਜ ਧਾਰੀ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਕੋਈ ਜਵਾਬ ਦਿਓ ਜੀ। ਜਿਸ ਤੇ ਸੁਖ ਲਹਿ ਥਿਤ ਪਦ ਸਾਮੀ, ਮਹਾਰਾਜ ਜੀ ਦੇ ਨਾਲ ਸਾਨੂੰ ਸੁਖ ਮਿਲ ਜਾਵੇ ਪਾਤਸ਼ਾਹ, ਸਾਡੇ ਹੌਸਲੇ ਵੱਧ ਜਾਣ, ਕੋਈ ਬਚਨ ਬੋਲੋ ਜੀ। ਬਾਰ ਬਾਰ ਸਭ ਸਿੱਖ ਮਸੰਦ, ਸਾਧ ਸੰਗਤ ਜੀ ਕਵੀ ਕਹਿੰਦੇ ਵਾਰ-ਵਾਰ ਪੁਨਾ ਪੁਨਾ ਜਿੰਨੇ ਸਿੱਖ ਹੈ ਜਿੰਨੇ ਮਸੰਦ ਹਨ, ਭਨਤ ਦੀਨ ਹਵੈ ਬਿਨੈ ਬਿਲੰਦ, ਹੱਥ ਜੋੜ ਜੋੜ ਤਰਲੇ ਲੈਂਦੇ ਐ, ਬੜੀਆਂ ਬੇਨਤੀਆਂ ਕਰਦੇ ਹਨ। ਕਿਰਪਾ ਠਾਨ ਸੰਗਤ ਸੋ ਬੋਲੇ, ਕਿਰਪਾ ਕਰਦੇ ਹੋਏ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਇਹਨਾਂ ਡਰਦੇ ਹੋਏ ਘਬਰਾਏ ਹੋਏ ਸਿੱਖਾਂ ਮਸੰਦਾਂ ਨੂੰ ਬੋਲੇ ਹਨ। ਨਿਸ਼ਚਾ ਤਰਹ ਕਹਾਂ ਤੁਮ ਡੋਲੇ, ਮਹਾਰਾਜ ਕਹਿੰਦੇ ਹੋ ਭਾਈ ਕਿਉਂ ਡੋਲ ਰਹੇ ਹੋ, ਜਰਾ ਨਿਸ਼ਚਾ ਧਾਰੋ ਉਸ ਪਰਮੇਸ਼ਰ ਗੁਰੂ ਨਾਨਕ ਸਾਹਿਬ ਤੇ। ਸਤਿਗੁਰ ਬਨਹਿ ਸਹਾਏ ਹਮਾਰੀ, ਉਹ ਤੁਹਾਨੂੰ ਭਰੋਸਾ ਨਹੀਂ, ਗੁਰੂ ਰਾਮਦਾਸ ਮਹਾਰਾਜ ਸਾਡੀ ਸਹਾਇਤਾ ਕਰਨਗੇ। ਵਿਪਦਾ ਪਰਹਿ ਤਿਨਹਾ ਪਰ ਤਪਾਰੀ, ਤੇ ਵੇਖਿਆ ਜੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਤੇ ਚੜ ਕੇ ਆਏ ਪਏ ਆ, ਇਹ ਤਾਂ ਚੋਰਾਂ ਨੂੰ ਮੋਰ ਪੈਣਗੇ। ਵੇਖਿਆ ਜੇ ਇਹਨਾਂ ਤੇ ਜਿਹੜੇ ਸਾਨੂੰ ਮੁਸ਼ਕਲ ਵਿੱਚ ਪਾਉਣ ਆਏ, ਇਹਨਾਂ ਦੇ ਆਪਦੇ ਤੇ ਮੁਸ਼ਕਲਾਂ ਪੈ ਜਾਣਗੀਆਂ। ਨਹਿ ਆਵਨ ਹਮ ਲਗਤੇ ਹਕੇਰਾ, ਡਰੋ ਨਾ ਸਿੱਖੋ ਬੇਪਰਵਾਹ ਰਹੋ, ਚੜ ਕੇ ਆਈ ਫੌਜ ਅੰਮ੍ਰਿਤਸਰ ਸਾਹਿਬ ਤੱਕ ਨਹੀਂ ਪਹੁੰਚ ਪਾਏਗੀ। ਹੋਏ ਮਾਰਗ ਮਹਿ ਦੁਸ਼ਟ ਨਿਬੇਰਾ, ਇਹਨਾਂ ਦੁਸ਼ਟਾਂ ਦਾ ਨਵੇੜਾ ਗੁਰੂ ਰਾਮਦਾਸ ਮਹਾਰਾਜ ਨੇ ਰਾਹ ਵਿੱਚ ਹੀ ਕਰ ਦੇਣਾ ਹੈ। ਜਿਮ ਕੂਕਰ ਮਿਰਗਨ ਪਰਤਾਵੈ, ਜਿਵੇਂ ਕੋਈ ਕੁੱਤਾ ਹਰਨਾਂ ਦੇ ਮਗਰ ਪੈ ਜਾਵੇ ਤਾਂ ਸਵਾਪਦ ਪੰਥ ਬਿਖੈ ਪਖ ਗਾਵੈ, ਤੇ ਪਏ ਹਿਰਨਾਂ ਮਗਰ ਕੁੱਤਿਆਂ ਨੂੰ ਰਸਤੇ ਵਿੱਚ ਸ਼ੇਰ ਟੱਕਰ ਜਾਵੇ ਨਾ ਤੇ ਕੁੱਤਿਆਂ ਨੂੰ ਰਾਹ ਵਿੱਚ ਹੀ ਪਾੜ ਸੁੱਟੇ, ਉਹ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਸ਼ੇਰ ਵਰਗੀ ਹੈ। ਇਹ ਜਿਹੜੇ ਚੜ ਕੇ ਆ ਰਹੇ ਕੁੱਤੇ ਮਜਲੂਮ ਸਿੱਖਾਂ ਹਰਨਾਂ ਵਰਗਿਆਂ ਤੇ ਇਹਨਾਂ ਦਾ ਕੱਖ ਨਹੀਂ ਬਣਨਾ, ਐਸੀ ਇਹਨਾਂ ਦੀ ਹਾਲਤ ਹੋਵੇਗੀ। ਸੁਣਤ ਬ੍ਰਿੰਦ ਆਨੰਦ ਬਿਲੰਦੇ, ਸਾਰੀ ਸੰਗਤ ਦੇ ਧੀਰਜ ਵੱਜ ਗਏ, ਸੁਣ ਸੁਣ ਕੇ ਸੰਗਤਾਂ ਆਨੰਦ ਸਹਿਤ ਹੋ ਗਈਆਂ ਨੇ। ਸਤਿਗੁਰ ਬਾਕ ਅਮੋਗ ਹੋਵੰਦੇ, ਕਿਉਂਕਿ ਸੰਗਤ ਜਾਣਦੀ ਹੈ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਮੂੰਹੋਂ ਨਿਕਲਿਆ ਹੋਇਆ ਬਚਨ ਕਦੇ ਖਾਲੀ ਨਹੀਂ ਜਾਂਦਾ। ਸੰਗਤ ਨੂੰ ਭਰੋਸਾ ਹੈ ਵੀ ਜੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕਹਿ ਦਿੱਤੇ ਹੈ, ਇਹ ਅਮੋਘ ਹੈ, ਜਿਵੇਂ ਨਾ ਕਿਵੇਂ ਪੂਰੇ ਹੋਵਣਗੇ, ਉਹ ਨਹੀਂ ਇੱਥੇ ਪਹੁੰਚ ਸਕਦੇ ਐ। ਭਏ ਨ ਚਿੰਤ ਨ ਹੌਲ ਉਠਾਵਾ, ਹੁਣ ਨਹੀਂ ਕਿਸੇ ਦੇ ਹੌਲ ਉੱਠਦੇ, ਸਾਰੀ ਸੰਗਤ ਧੀਰਜ ਸਹਿਤ ਬੇਫਿਕਰ ਹੋ ਗਈ। ਮਨਹਾ ਮਰਿਓਈ ਸੋ ਲਖ ਪਾਵਾ, ਤੇ ਸੰਗਤ ਨੇ ਜਾਣਿਆ ਵੀ ਜੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਵੀ ਇੱਥੇ ਨਹੀਂ ਪਹੁੰਚਣਗੇ ਤਾਂ ਮਤਲਬ ਨਹੀਂ ਪਹੁੰਚਣਗੇ। ਹੁਣ ਮੰਨੋ ਵੀ ਹੁਣ ਸੰਗਤ ਨੇ ਮਨ ਵਿੱਚ ਮੰਨ ਹੀ ਲਿਆ ਵੀ ਸਮਝੋ ਸੁਲਹੀ ਮਰਿਆ ਲਓ। ਸੰਗਤ ਕੋ ਸੁਨ ਕੈ ਹਲਕਾਰਾ, ਉਹ ਸਾਧ ਸੰਗਤ ਜੀ ਉਹ ਜਿਹੜਾ ਹਲਕਾਰਾ ਸੀ ਨਾ, ਦਿੱਲੀ ਵਾਲੀ ਸੰਗਤ ਦੀ ਚਿੱਠੀ ਲੈ ਕੇ ਆਇਆ ਹੋਇਆ, ਉਹ ਵੀ ਉੱਥੇ ਹੀ ਖੜਾ ਸੀ। ਉਹਨੇ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਸੁਣੇ ਹਨ, ਦਿੱਲੀਪੁਰ ਕੋ ਤੁਰਤ ਪਧਾਰਾ, ਤੇ ਮਹਾਰਾਜ ਨੂੰ ਨਮਸਕਾਰ ਕਰਕੇ ਦਿੱਲੀ ਨੂੰ ਮੁੜ ਗਿਆ ਹੈ। ਪਹੁੰਚ ਸੁਨਾਇਓ ਸ੍ਰੀ ਗੁਰਬੈਨ, ਜਾ ਕੇ ਦਿੱਲੀ ਦੀਆਂ ਸੰਗਤਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਸੁਣਾ ਦਿੱਤੇ ਐ। ਸਭ ਕੈ ਮਨ ਉਪਜੀ ਤਬ ਚੈਨ, ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਸੰਗਤ ਜੀ ਜਿਹੜੇ ਚੜ ਕੇ ਆਏ ਐ ਉਹਨਾਂ ਨੂੰ ਆਪ ਭਾਜਣਾ ਪੈਣਗੀਆਂ,
ਦਿੱਲੀ ਦੀ ਸੰਗਤ ਸੁਣ ਕੇ ਬੜੀ ਖੁਸ਼ ਹੋਈ, ਚੈਨ ਆ ਗਿਆ ਹੈ। ਪਹੁੰਚਹਿ ਨਹੀਂ ਸੁਧਾ ਸਦ ਜਾਏ, ਵੀ ਅੰਮ੍ਰਿਤਸਰ ਤੱਕ ਇਹ ਦੁਸ਼ਟ ਪਹੁੰਚ ਨਹੀਂ ਸਕਣਗੇ, ਮਹਾਰਾਜ ਨੇ ਕਹਿ ਦਿੱਤਾ ਹੈ। ਮਾਰਗ ਮਹਿ ਹਵੈ ਬਿਘਨ ਬਿਲਾਏ, ਰਸਤੇ ਵਿੱਚ ਹੀ ਬੜੇ ਭਾਰੀ ਵਿਘਨ ਪੈ ਜਾਣੇ, ਖੱਪ ਮਰ ਜਾਵਣਗੇ। ਅਚਲ ਮੇਰ ਸਮ ਲਖ ਗੁਰਬਾਨੀ, ਤੇ ਦਿੱਲੀ ਦੀ ਸੰਗਤ ਨੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੀ ਬਚਨ ਬਾਣੀ ਇਉਂ ਜਾਣੀ ਜਿਵੇਂ ਸਮੇਰ ਪਰਬਤ ਹੁੰਦਾ ਐਨ ਅਚਲ, ਜਿਹਨੂੰ ਕੋਈ ਹਿਲਾ ਨਹੀਂ ਸਕਦਾ। ਦਿੱਲੀ ਦੀ ਸੰਗਤ ਨੇ ਜਾਣਿਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜੇ ਬਚਨ ਕਹਿ ਦਿੱਤੇ ਐ, ਜਿਵੇਂ ਸਮੇਰ ਪਰਬਤ ਨਹੀਂ ਹਲ ਸਕਦਾ, ਉਸ ਤਰ੍ਹਾਂ ਮਹਾਰਾਜ ਦੇ ਬਚਨ ਅਟਲ ਹਨ। ਸਗਰੀ ਸੰਗਤ ਸੁਨ ਹਰ ਖਾਨੀ, ਸਾਰੀ ਦਿੱਲੀ ਦੀ ਸੰਗਤ ਜਿਹੜੀ ਫਿਕਰਾਂ ਵਿੱਚ ਡੁੱਬੀ ਹੋਈ ਸੀ, ਸੁਲਹੀ ਨੂੰ ਚੜ੍ਹਿਆ ਵੇਖ ਕੇ ਸਭ ਖੁਸ਼ ਹੋ ਗਈ ਹੈ, ਸਭ ਦੇ ਫਿਕਰ ਦੂਰ ਹੋ ਗਏ ਹਨ। ਅਬ ਸੁਨੀਐ ਸੁਲਹੀ ਕੀ ਬਾਤ, ਤੋ ਕਵੀ ਜੀ ਕਹਿੰਦੇ ਤਾਂ ਸੰਗਤਾਂ ਦਾ ਹਾਲ ਹੈ, ਹੁਣ ਸੁਣੋ ਜਿਵੇਂ ਸੁਲਹੀ ਚੜ ਕੇ ਆ ਰਿਹਾ ਹੈ, ਸੁਲਹੀ ਦੀ ਕਥਾ ਸੁਣੋ ਜੀ। ਬਹੁ ਅਪਸ਼ਗਨ ਭਏ ਬਖਿਆਤ, ਜਦੋਂ ਸੁਲਹੀ ਦਿੱਲੀੋਂ ਚੜਿਆ ਤੇ ਬੜੇ ਅਪਸ਼ਗਨ ਜੇ ਹੋ ਰਹੇ ਹਨ। ਹਰ ਕੇ ਪੂਜਾ ਬਿਲੋਚਨ ਬਾਮੂ, ਖੱਬਾ ਪਾਸਾ ਬਾਂਹ ਜੀ ਤੇ ਅੱਖਾਂ ਦੀਆਂ ਬੜੀਆਂ ਫਰਕ ਰਹੀਆਂ ਹਨ। ਸਿਰ ਬਾਇਸ ਬੈਠਿਓ ਦੁਖ ਧਾਮੂ, ਦੁੱਖਾਂ ਦਾ ਘਰ ਜੋ ਕਾਂ ਮੰਨਿਆ ਉੱਡਦਾ ਹੋਇਆ ਸਿਰ ਤੇ ਸੁਲਹੀ ਦੇ ਆਣ ਬੈਠਾ ਹੈ। ਨਿਕਸਤ ਛੀਕ ਭਈ ਭਈ ਦਿਸ ਦਾਏ, ਤੇ ਖੱਬੇ ਪਾਸੇ ਨਾਲ ਤੁਰੇ ਆਉਂਦੇ ਸੈਨਿਕ ਨੇ ਛਿੱਕ ਵੀ ਮਾਰ ਦਿੱਤੀ ਹੈ। ਵਹਿਰ ਕੁਫੇਰੋ ਹਰਨ ਪਲਾਏ, ਤੇ ਇਸ ਤਰ੍ਹਾਂ ਅਗਲੇ ਪਾਸਿਓਂ ਤੁਰਿਆ ਆਉਂਦਾ ਹਰਨ ਜਿਹੜਾ ਖੱਬੇ ਪਾਸੇ ਨੂੰ ਹੋ ਤੁਰਿਆ, ਇਹ ਕਵੀ ਸੰਤੋਖ ਸਿੰਘ ਸਾਧ ਸੰਗਤ ਦੀ ਮਹਾਨ ਵਿਦਵਾਨ ਸਨ ਤੇ ਆ ਜੋਤਿਸ਼ ਦੇ ਤੇ ਸ਼ਗਨ ਅਪਸ਼ਗਨ ਦੇ ਗ੍ਰੰਥ ਵੀ ਪੜ੍ਹੇ ਹੋਣ ਵਾਸਤੇ ਇੱਥੇ ਵਿਦਿਆ ਆਪਦੀ ਜਣਾ ਰਹੇ ਆ। ਵੀ ਕੋਈ ਓਏ ਇਹ ਨਾ ਆਖੇ ਵੀ ਕਿਸੇ ਨੇ ਐਵੇਂ ਘਰੋਂ ਉੱਠ ਕੇ ਗ੍ਰੰਥ ਲਿਖ ਦਿੱਤਾ, ਗੁਰਪ੍ਰਤਾਪ ਸੂਰਜ ਗ੍ਰੰਥ ਕਵੀ ਆਪਦੀ ਵਿਦਿਆ ਥੋੜ੍ਹੀ ਜਿਹੀ ਜਣਾ ਰਹੇ ਵੀ ਅਸੀਂ ਵੀ ਪੜ੍ਹੇ ਹੋਏ ਹਾਂ। ਨਹੀਂ ਤਾਂ ਸਾਧ ਸੰਗਤ ਜੀ ਉਸ ਤਰ੍ਹਾਂ ਕੋਈ ਸ਼ਗਨ ਅਪਸ਼ਗਨ ਜਿਹੜੇ ਹੁੰਦੇ ਆ, ਸ਼ਗਨ ਅਪਸ਼ਗਨ ਤਿਸ ਕੋ ਲਾਗੈ ਜਿਸ ਚੀਤ ਨਾ ਆਵੈ, ਜਿਹਦੇ ਹਿਰਦੇ ਵਿੱਚ ਪਰਮੇਸ਼ਰ ਨਹੀਂ ਉਹਨੂੰ ਲੱਗਦੇ ਆ। ਤੋ ਇਸ ਹਿਸਾਬ ਨਾਲ ਸਹੀ ਵੀ ਆ, ਹੁਣ ਸੁਲਹੀ ਨੂੰ ਪਰਮੇਸ਼ਰ ਕਿੱਥੇ ਯਾਦ ਹੈ। ਤੋ ਇਸ ਤਰ੍ਹਾਂ ਦੇ ਜਦੋਂ ਅਪਸ਼ਗਨ ਜੇ ਬਦ ਸ਼ਗਨ ਜੇ ਹੋ ਰਹੇ ਹਨ। ਫੁਤੇ ਜੇ ਸੰਗੀ ਤਿਹ ਸਮਝਾਇਓ, ਜਿਹੜੇ ਨਾਲ ਸੀ ਨਾ ਸੁਲਹੀ ਦੇ, ਉਹ ਸੁਲਹੀ ਨੂੰ ਸਮਝਾਉਣ ਲੱਗ ਪਏ ਹਨ ਗਨ ਕੁਸਾਨ ਕੋ ਹਮ ਲਖ ਪਾਇਓ, ਕਿ ਸੁਲਹੀ ਮਹਾਰਾਜ ਨਾ ਜਾਈਏ, ਭੈੜੇ ਭੈੜੇ ਸਗਣ ਜੇ ਅਸੀਂ ਹੁੰਦੇ ਵੇਖੇ ਹਨ। ਸੁਖ ਸਰੀਰ ਕੀ ਚਾਹੀਏ ਤੁਮਾਰੇ, ਵੀ ਅਸੀਂ ਤਾਂ ਤੁਹਾਡੇ ਸਰੀਰ ਦੀ ਸਲਾਮਤੀ ਚਾਹੁੰਦੇ ਆ, ਬੜੇ ਅਪਸ਼ਗਨ ਬਦ ਸ਼ਗਨ ਜੇ ਅਸੀਂ ਵੇਖੇ ਆ ਤੇ ਇਹ ਵੇਖ ਕੇ ਲੱਗਦਾ ਵੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ। ਜੇ ਰੁਕ ਜਾਓ ਕੁਝ ਦਿਨ ਵਾਸਤੇ, ਅੰਮ੍ਰਿਤਸਰ ਨਾ ਜਾਈਏ, ਤੁਹਾਡੇ ਸਰੀਰ ਦੀ ਅਸੀਂ ਸਲਾਮਤੀ ਚਾਹੁੰਦੇ ਹਾਂ। ਇਨ ਕੋ ਫਲ ਦੁਰਦਸ਼ਾ ਵਿਚਾਰੇ, ਜਾਣ ਲਓ ਵੀ ਜਿਹੜੇ ਅਪਸ਼ਗਨ ਜੇ ਹੋਏ ਆ, ਇਹਨਾਂ ਦਾ ਜਿਹੜੇ ਫਲ ਹੁੰਦਾ ਬੜਾ ਭੈੜਾ ਹੁੰਦਾ ਹੈ। ਹਮ ਇਹ ਸਭ ਪਤੀਆਵਨ ਕੀਨੇ, ਅਸੀਂ ਇਹ ਸਾਰੇ ਪਰਤਿਆਏ ਹੋਏ ਆ ਵੀ ਬਦ ਸ਼ਗਨ ਜੇ ਸੱਚ ਹੋ ਜਾਂਦੇ ਹਨ। ਬੁਰਾ ਕਰੇ ਬਿਨ ਹੋਏ ਨਹੀਨੇ, ਵੀ ਇਹ ਨਾਸ਼ ਨਹੀਂ ਹੁੰਦੇ, ਬੁਰਾ ਜ਼ਰੂਰ ਕਰਦੇ ਹਨ, ਇਹ ਆਪਦਾ ਰੰਗ ਜ਼ਰੂਰ ਵਿਖਾਉਂਦੇ ਆ। ਸੁਣ 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 ਸੁਲਹੀ ਬੋਲਿਓ ਮਨ ਮਾਨੀ, ਤੋ ਮਨ ਦਾ ਹੰਕਾਰੀ ਜਿਹੜਾ ਸੁਲਹੀ ਹੈ, ਇਹ ਆਪਦੇ ਨਾਲ ਦੇ ਜਿਹੜੇ ਸਮਝਾਉਣ ਪਏ ਐ, ਇਹਨਾਂ ਨੂੰ ਆਖਣ ਲੱਗਾ ਕਹਾਂ ਵਿਚਾਰ ਕਰਤ ਹੋ ਬਾਨੀ, ਕਹਿੰਦੇ ਆ ਕਿਆ ਵਿਚਾਰ ਕਰ ਰਹੇ ਹੋ, ਕਿਹੋ ਜੀਆਂ ਗੱਲਾਂ ਤੁਸੀਂ ਕਰ ਰਹੇ ਹੋ। ਮੈਂ ਕਿਆ ਚੱਲਿਓ ਜੁਦ ਕਿਤ ਕਰਬੇ, ਮੈਂ ਕਿਤੇ ਭਲਾ ਬੜੇ ਵੱਡੇ ਯੁੱਧ ਤੇ ਚੱਲਿਆ, ਵੀ ਮੈਂ ਤਾਂ ਕੱਲਾ ਅੰਮ੍ਰਿਤਸਰ ਸਾਹਿਬ ਹੀ ਚੱਲਿਆ, ਕਿਹੜਾ ਕਿਸੇ ਯੁੱਧ ਤੇ ਚੜ੍ਹ ਕੇ ਚੱਲਿਆ ਹਾਂ ਜੋ ਮਾਰਿਆ ਜਾਵਾਂਗਾ ਜਾਂ ਨੁਕਸਾਨ ਹੋ ਜਾਵੇਗਾ। ਜਿਸ ਤੇ ਆਸ ਸੰਸੈ ਤੁਮ ਧਰਬੇ, ਜਿਸ ਕਰਕੇ ਤੁਸੀਂ ਇਹੋ ਜਿਹੇ ਸੰਸੇ ਮਨ ਵਿੱਚ ਕਰ ਰਹੇ ਹੋ। ਆਪਣੇ ਦੇਸ਼ ਗਮਨ ਹਮ ਕੀਨ, ਇਹ ਭਾਰਤ ਸਾਡਾ ਦੇਸ਼ ਹੈ, ਪੰਜਾਬ ਵਿੱਚ ਵੀ ਸਾਡਾ ਰਾਜ ਹੈ, ਮੈਂ ਆਪਦੇ ਰਾਜ ਵਿੱਚ ਚੱਲਿਆ ਹਾਂ। ਸਗਰੋ ਅਹਿ ਰਿਪੁਨ ਤੇਹੀਨ, ਤੇ ਉਹ ਮਾਝੇ ਵਿੱਚ ਕਿਹੜਾ ਮੇਰਾ ਕੋਈ ਦੁਸ਼ਮਣ ਹੈ, ਉੱਥੇ ਕਿਸੇ ਕੋਲ ਫੌਜ ਨਹੀਂ, ਮੇਰਾ ਆਪਦਾ ਦੇਸ਼ ਹੈ। ਆਪਦੇ ਦੇਸ਼ ਵਿੱਚ ਕਿਹੜਾ ਮੈਂ ਬਗਾਨੇ ਦੇਸ਼ ਵਿੱਚ ਚੱਲਿਆ ਕਿਤੇ, ਨਾ ਮੈਂ ਯੁੱਧ ਤੇ ਚੱਲਿਆ। ਤੇ ਜਿੱਥੇ ਮੈਂ ਚੱਲਿਆ ਮਾਝੇ ਵਿੱਚ ਸ਼ਾਮ ਤੇਰੀ ਹੈ, ਕਿਤੇ ਮੇਰਾ ਦੁਸ਼ਮਣ ਨਹੀਂ ਹੈ। ਇੱਕ ਹਿੰਦੁਨ ਗੁਰ ਸੋ ਮਮ ਬੈਰ, ਤੇ ਜਿਹੜੇ ਕੰਮ ਚੱਲਿਆ ਕਿ ਹਿੰਦੂਆਂ ਦਾ ਗੁਰੂ ਬਣੇ ਬੈਠੇ ਗੁਰੂ ਅਰਜਨ ਦੇਵ ਜੀ, ਉਹ ਸਿੱਖ ਸਾਜ ਰਹੇ ਆ ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ, ਆਪਦਾ ਪੰਥ ਚਲਾ ਰਹੇ ਆ।
ਇੱਕ ਫਕੀਰ ਦੇ ਨਾਲ ਬਸ ਮੇਰਾ ਜ਼ਰੂਰ ਵੈਰ ਹੈ। ਤਿਸ ਗਹਿ ਲੇਹੋ ਅਪਰ ਸਭ ਤੇ ਖੈਰ। ਬਾਕੀ ਤਾਂ ਖੈਰ ਸੁਖ ਹੈ, ਉਹਨੂੰ ਮੈਂ ਜਾਂਦਿਆਂ ਫੜ ਲੈਣਾ ਹੈ। ਇਹ ਫਕੀਰਨ ਕੇ ਸਮ ਸੋਈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਕਿਹੜਾ ਕੋਈ ਤਾਕਤ ਹੈ, ਉਹ ਤਾਂ ਆਮ ਫਕੀਰ ਹੈ। ਕੋਈ ਉਹਨਾਂ ਦੇ ਪਾਸ ਤਾਕਤ ਨਹੀਂ, ਕੋਈ ਫੌਜ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ, ਬਸ ਆਮ ਸਧਾਰਨ ਫਕੀਰ ਹੈ। ਤੇ ਫਕੀਰ ਨੂੰ ਬਸ ਮੈਂ ਪਕੜ ਲੈਣਾ, ਉਹਦੇ ਪਾਸ ਕਿਹੜੀ ਕੋਈ ਤਾਕਤ ਹੈ। ਆਯੁਧ ਧਰਤਾ ਤੀਰ ਨ ਕੋਈ। ਨਾ ਉਹਦੇ ਕੋਈ ਸ਼ਾਸਤਰ ਧਾਰੀ ਕੋਲ ਰਹਿਣ ਵਾਲਾ ਹੈ। ਕੋਈ ਸ਼ਾਸਤਰ ਧਾਰ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨਾਲ ਰਹਿਣ ਵਾਲੀ ਕੋਈ ਥੋੜੀ ਬਹੁਤੀ ਫੌਜ ਵੀ ਨਹੀਂ ਕੋਲ। ਪ੍ਰਥਮ ਸਖਾ ਸੋ ਮਿਲ ਹਾਂ ਆਪਣੇ। ਪਹਿਲਾਂ ਮੈਂ ਜਾਵਾਂਗਾ ਮਾਲਵੇ ਦੇਸ਼ ਵਿੱਚ, ਆਪਦੇ ਮਿੱਤਰ ਪ੍ਰਿਥੀ ਚੰਦ ਨੂੰ ਮਿਲਾਂਗਾ। ਦੇਸ਼ ਵਿਖੈ ਮੁਝ ਤਰਾਸ ਨ ਸੁਪਨੇ। ਤੇ ਮੈਨੂੰ ਸੁਪਨੇ ਵਿੱਚ ਵੀ ਇਸ ਆਪਦੇ ਹਿੰਦੁਸਤਾਨ ਦੇਸ਼ ਦੇ ਵਿੱਚ ਜਿੱਥੇ ਸਾਡਾ ਰਾਜ ਹੈ, ਆਪਦੇ ਰਾਜ ਵਿੱਚ, ਆਪਦੇ ਦੇਸ਼ ਵਿੱਚ ਮੈਨੂੰ ਸੁਪਨੇ ਵਿੱਚ ਵੀ ਦੁੱਖ ਡਰ ਨਹੀਂ ਹੈ। ਪੁਨ ਮਾਝੇ ਤੇ ਲੈ ਧਨ ਕਨੋ। ਵੀ ਮੈਨੂੰ ਤਾਂ ਸੁਪਨੇ ਵਿੱਚ ਵੀ ਡਰ ਨਹੀਂ, ਤੇ ਜਾਗਦੇ ਨੇ ਤਾਂ ਮੈਂ ਡਰਨਾ ਹੀ ਕੀ ਹੈ, ਮੈਨੂੰ ਡਰ ਕੀ ਹੈ। ਫਿਰ ਕਹਿੰਦਾ ਫਿਰ ਪਹਿਲਾਂ ਮੈਂ ਜਾਵਾਂਗਾ ਮਾਲਵੇ ਵਿੱਚ ਪ੍ਰਿਥੀ ਚੰਦ ਕੋਲ, ਫਿਰ ਮਾਝੇ ਤੋਂ ਜਿੰਨਾ ਕੋਈ ਮਾਮਲਾ ਰਹਿੰਦਾ ਹੈ ਉਹ ਸਾਰਾ ਇਕੱਠਾ ਕਰਕੇ ਚਾਹਾਂ ਸੋ ਗਾਹਾਂ ਕਿਧੋਂ ਤਿਸ ਹਨਾ। ਫਿਰ ਮੈਂ ਜਾਵਾਂਗਾ ਗੁਰੂ ਅਰਜਨ ਦੇਵ ਪਾਤਸ਼ਾਹ ਤੇ ਚੜ੍ਹਾਈ ਕਰਕੇ, ਜੀ ਕੀਤਾ ਮੈਂ ਪਕੜ ਲਿਆਵਾਂਗਾ, ਤੇ ਜੇ ਮੇਰਾ ਮਨ ਕੀਤਾ ਤੇ ਉੱਥੇ ਮਾਰ ਮੁਕਾਵਾਂਗਾ। ਸ਼ਾਹੋ ਸਮੀਪ ਸਹਾਇਕ ਮੇਰਾ। ਤੇ ਮੇਰੀ ਸਹਾਇਤਾ ਕਰਨ ਵਾਸਤੇ ਬਾਦਸ਼ਾਹ ਜਹਾਂਗੀਰ ਦੇ ਪਾਸ ਚੰਦੂ ਬਲੀ ਦੀਵਾਨ ਵਡੇਰਾ। ਵੱਡਾ ਦੀਵਾਨ ਜਿਹਦੀ ਸਭ ਤੋਂ ਵੱਧ ਚੱਲਦੀ ਹੈ, ਸਾਰਿਆਂ ਤੋਂ ਉੱਚੇ ਅਹੁਦੇ ਵਾਲਾ ਹੈ, ਉਹ ਮੇਰੀ ਸਹਾਇਤਾ ਕਰਨ ਵਾਲਾ ਹੈ। ਬਾਦਸ਼ਾਹ ਦੇ ਬੜਾ ਨੇੜੇ ਹੈ ਦੀਵਾਨ। ਮੈਂ ਅਪਸਗਨ ਵਿਚਾਰਾਂ ਕੈਸੇ। ਤੇ ਹੁਣ ਦੱਸੋ ਭਲਾ ਮੈਂ ਅਪਸ਼ਗਨਾਂ ਨੂੰ ਕੀ ਲਈ ਬੈਠਾ, ਮੇਰਾ ਕੋਈ ਕੀ ਵਿਗਾੜ ਲਵੇਗਾ। ਕੋ ਹੋਏ ਸਨਮੁਖ ਲਖਾਉ ਨ ਤੈਸ ਐਸੇ। ਦੱਸੋ ਕਿਹੜਾ ਮੇਰੇ ਬਰਾਬਰ ਹੈ ਕੋਈ ਪੰਜਾਬ ਵਿੱਚ ਜਿਹੜਾ ਮੇਰੇ ਬਰਾਬਰ ਖੜ ਜਾਵੇਗਾ। ਜਿਹੜਾ ਆਵੇਗਾ ਰਸਤੇ ਵਿੱਚ ਮਾਰ ਮੁਕਾਵਾਂਗਾ, ਕੋਈ ਮੇਰੇ ਬਰਾਬਰ ਖੜਨ ਵਾਲਾ ਨਹੀਂ। ਤੇ ਦੱਸੋ ਫਿਰ ਹੁਣ ਮੈਂ ਕਿਵੇਂ ਤੁਹਾਡੀ ਗੱਲਾਂ ਤੇ ਇਤਬਾਰ ਕਰ ਲਵਾਂ, ਕਿਸ ਗੱਲ ਦਾ ਡਰ ਕਰਕੇ ਰੁਕ ਜਾਵਾਂ। ਇਮ ਕਹਿ ਸਨੇ ਸਨੇ ਮਗ ਚਾਲਾ। ਇਸ ਤਰ੍ਹਾਂ ਕਹਿੰਦਾ ਹੋਇਆ ਦੁਸ਼ਟ ਸੁਲਹੀ ਅੰਮ੍ਰਿਤਸਰ ਸਾਹਿਬ ਨੂੰ ਤੁਰਿਆ ਹੈ। ਦੁਸ਼ਟ ਹਿਰਦੇ ਹੰਕਾਰ ਵਿਸ਼ਾਲਾ। ਇਸ ਦੇ ਹਿਰਦੇ ਵਿੱਚ ਬੜਾ ਭਾਰੀ ਹੰਕਾਰ ਦੁਸ਼ਟ ਦੇ। ਪੁੱਤਰ ਸਖਾ ਸਭ ਸੰਗ ਲਏ ਹੈ। ਇਹਨੇ ਆਪਦੇ ਪੁੱਤਰ ਵੀ ਤੇ ਕੋਈ ਸਖੇ ਸੰਬੰਧੀ ਜਿਹੜੇ ਖਾਸ ਮਿੱਤਰ ਵੀ ਨਾਲ ਲੈ ਲਏ ਹੈ। ਦਿਵਸ ਚੱਲਹਿ ਥਿਰ ਨਿਸਾ ਭਏ ਹੈ। ਇਹ ਦਿਨੇ ਦਿਨੇ ਫੌਜ ਲੈ ਕੇ ਤੁਰ ਲੈਂਦਾ ਹੈ ਤੇ ਰਾਤ ਨੂੰ ਤੰਬੂ ਲਾ ਕੇ ਰੁਕ ਜਾਂਦਾ ਹੈ। ਗਮਨਤ ਮਗ ਸਗਰੋ ਉਲਘਾਇਓ। ਸਾਧ ਸੰਗ ਜੀ ਦਿੱਲੀੋਂ ਤੁਰਦੇ ਹੋਏ ਨੇ, ਸੁਲਹੀ ਨੇ ਸਾਰਾ ਪੈਂਡਾ ਤੈਅ ਕਰਕੇ ਕੋਠੇ ਗ੍ਰਾਮ ਦਿਸ਼ਾ ਸਮਹਾਇਆ। ਤੇ ਮਾਲਵੇ ਦੇਸ਼ ਦੇ ਅੰਦਰ ਗੁਰੂ ਕੇ ਕੋਠੇ ਜਿੱਥੇ ਪ੍ਰਿਥੀ ਚੰਦ ਰਹਿੰਦਾ ਇੱਥੇ ਆਣ ਪਹੁੰਚਿਆ ਹੈ। ਏਕ ਮਜਲ ਨਰ ਪਠਿਓ ਅਗਾਰੀ। ਏਕ ਮਜ਼ਲ ਜਦੋਂ ਰਹਿ ਗਈ, ਸਾਧ ਸੰਗ ਜੀ 12 ਕੋਹ ਹੁੰਦੇ ਇੱਕ ਮਜ਼ਲ ਵਿੱਚ, ਜਦੋਂ 12 ਕੁ ਕੋਹ ਗੁਰੂ ਕਾ ਕੋਠਾ ਨਗਰ ਪ੍ਰਿਥੀ ਚੰਦ ਦਾ ਡੇਰਾ ਰਹਿ ਗਿਆ ਹੈ, ਇਹਨੇ ਇੱਕ ਮਨੁੱਖ ਇਹਨੇ ਸੁਲਹੀ ਨੇ ਸਦੇ ਵਾਸਤੇ ਖਬਰ ਵਾਸਤੇ ਭੇਜ ਦਿੱਤਾ ਹੈ। ਪ੍ਰਿਥੀਏ ਕੋ ਸੁਧ ਜਾਏ ਉਚਾਰੀ। ਤੇ ਉਹ ਮਨੁੱਖ ਨੇ ਜਾ ਕੇ ਪ੍ਰਿਥੀ ਚੰਦ ਨੂੰ ਸਾਰੀ ਖਬਰ ਦੇ ਦਿੱਤੀ ਹੈ। ਸੁਲਹੀ ਸਖਾ ਤੋਹੇ ਚੱਲ ਆਇਆ। ਉਹ ਕਹਿੰਦਾ ਹੈ ਬਾਬਾ ਪ੍ਰਿਥੀ ਚੰਦ ਜੀ, ਤੁਹਾਡਾ ਮਿੱਤਰ ਸੁਲਹੀ ਆ ਗਿਆ, ਤੁਹਾਡੀਆਂ ਸਾਰੀਆਂ ਰੀਝਾਂ ਅੱਜ ਪੂਰੀਆਂ ਹੋ ਗਈਆਂ ਹਨ। ਮਿਲਨ ਹੇਤ ਹੀਰੋ ਲਲਚਾਇਆ। ਤੇ ਤੁਹਾਨੂੰ ਮਿਲਣ ਵਾਸਤੇ ਬੜਾ ਦਿਲ ਕਰਦਾ, ਹਿਰਦਾ ਲਲਚਾਉਂਦਾ। ਸੁਲਹੀ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ। ਸੁਣ ਫੂਲਿਓ ਜਨ ਗੁਰਤਾ ਪਾਈ। ਤੇ ਪ੍ਰਿਥੀ ਚੰਦ ਕਹਿੰਦੇ ਫੁੱਲ ਗਿਆ, ਜਿਵੇਂ ਗੁਰੂ ਨਾਨਕ ਪਾਤਸ਼ਾਹ ਦੀ ਗੁਰਤਾ ਮਿਲ ਗਈ ਹੋਵੇ। ਅਬ ਮੇਰੋ ਦੇ ਕਾਮ ਬਨਾਈ। ਕਹਿੰਦੇ ਲਓ ਬਈ ਸੁਲਹੀ ਆ ਗਿਆ ਹੈ, ਹੁਣ ਮੇਰਾ ਕੰਮ ਛੇਤੀ ਬਣਾ ਦੇਵੇਗਾ, ਹੁਣ ਮੇਰੇ ਮਸਲੇ ਹੱਲ ਹੋ ਜਾਵਣਗੇ। ਸਗਲ ਭਾਂਤ ਕੀ ਠਾਨ ਸਤਿਆਰੀ। ਤੇ ਇਹਨੇ ਬੜੇ ਚਾਵਾਂ ਦੇ ਨਾਲ
ਸੁਲਹੀ ਦੇ ਆਉਣ ਤੇ ਸਵਾਗਤ ਕਰਨ ਦੀ ਤਿਆਰੀ ਜੀ ਕੀਤੀ ਹੈ। ਤ੍ਰਿਣ ਅਰ ਅੰਨ ਸੰਚ ਕਰ ਭਾਰੀ, ਘੋੜਿਆਂ ਵਾਸਤੇ ਤੂੜੀ ਦਾਣਾ ਇਕੱਠਾ ਕੀਤਾ, ਫੌਜ ਵਾਸਤੇ ਰਸਤਾਂ ਇਕੱਠੀਆਂ ਕਰ ਲਈਆਂ ਹਨ। ਨਿਸ ਕੋ ਜਾਗਤ ਰਹਿਓ ਆਨੰਦਤ, ਤੇ ਪ੍ਰਿਥੀ ਚੰਦ ਸਾਧ ਸੰਗ ਜੀ ਇੰਨਾ ਫੁੱਲਿਆ ਸੁਲਹੀ ਦੇ ਆਏ ਤੇ ਰਾਤ ਨੂੰ ਨੀਂਦ ਨਾ ਪਵੇ, ਰਾਤ ਵੀ ਜਾਗਦੇ ਨੇ ਲੰਘਾ ਦਿੱਤੀ ਹੈ। ਬੋਲਤ ਕਰਤ ਉਡੀਕ ਬਿਲੰਦਤ, ਤੇ ਕੱਲਾ ਹੀ ਬੋਲੀ ਜਾਂਦਾ ਰਾਤ ਨੂੰ ਵੀ ਹੁਣ ਆ ਜਾਣੇ ਆ, ਬਸ ਐਂ ਕਰ ਦੇਵਾਂਗੇ, ਇਸ ਤਰ੍ਹਾਂ ਕਰ ਦੇਵਾਂਗੇ। ਇਸ ਤਰ੍ਹਾਂ ਬੋਲਦਾ ਕੱਲਾ ਹੀ ਰਾਤ ਨੂੰ ਬੋਲੀ ਜਾਂਦਾ ਹੈ ਤੇ ਉਡੀਕ ਕਰ ਰਿਹਾ ਹੈ। ਭਈ ਪ੍ਰਾਤ ਸੁਲਹੀ ਟਿਗ ਆਇਓ, ਦਿਨ ਚੜ੍ਹਿਆ ਤੇ ਇਹ ਪ੍ਰਿਥੀ ਚੰਦ ਸੁਲਹੀ ਦੇ ਪਾਸ ਪਹੁੰਚਿਆ ਹੈ। ਸੁਣ ਕਰ ਆਗੇ ਲੈਣ ਸਿਧਾਇਓ, ਤੇ ਸੁਲਹੀ ਨੇ ਜਦੋਂ ਜਾਣਿਆ ਵੀ ਪ੍ਰਿਥੀ ਚੰਦ ਵੀ ਆ ਰਿਹਾ ਹੈ, ਤੇ ਪ੍ਰਿਥੀ ਚੰਦ ਸੁਲਹੀ ਨੂੰ ਆਇਆ ਜਾਣ ਕੇ ਅੱਗੋਂ ਦੀ ਲੈਣ ਗਿਆ। ਉਹ ਵੀ ਤੰਬੂ ਚੋਂ ਬਾਹਰ ਆ ਕੇ ਗਾਂ ਨੂੰ ਮਿਲਿਆ ਹੈ। ਕੇ ਚਿਤ ਮਾਨਵ ਲੀਨੇ ਸੰਗ, ਜਾਂ ਕਹਿ ਲਓ ਪ੍ਰਿਥੀ ਚੰਦ ਅੱਗੋਂ ਲੈਣ ਵਾਸਤੇ ਸੁਲਹੀ ਨੂੰ ਚੱਲਿਆ, ਤੇ ਕੁਝ ਕੁ ਪਿੰਡ ਦੇ ਸਿਆਣੇ ਜੇ ਬੰਦੇ ਜਾਂ ਜਿਹੜੇ ਦੇ ਕੁਝ ਚਿਮਟੇ ਸੀਗੇ, ਚਿਮਚੇ ਚਾਟੜੇ, ਉਹ ਚੇਲੇ ਜੇ ਨਾਲ ਲੈ ਲਏ ਹਨ। ਮਿਲਿਓ ਜਾਏ ਕਰ ਧਰੇ ਉਮੰਗ, ਤੇ ਫਿਰ ਜਾ ਕੇ ਸੁਲਹੀ ਨੂੰ ਮਿਲਿਆ ਬੜਾ ਖੁਸ਼ ਹੋ ਕਰਕੇ। ਦੋਨਹ ਉੱਤਰ ਗਲੇ ਸੁਲਾਗੇ, ਦੋਵੇਂ ਜਣੇ ਬੜੇ ਪ੍ਰੇਮ ਉਤਸ਼ਾਹ ਦੇ ਨਾਲ ਘੋੜਿਆਂ ਤੋਂ ਉਤਰ ਕੇ ਇੱਕ ਦੂਜੇ ਦੇ ਗਲ ਮਿਲੇ ਹਨ। ਬੂਝਤ ਕੁਸ਼ਲ ਹਿਰਦੇ ਅਨੁਰਾਗੇ, ਇੱਕ ਦੂਜੇ ਦੀ ਸੁੱਖ ਸਾਂਦ ਪੁੱਛੀ, ਮਨ ਕਰਕੇ ਬੜੇ ਪ੍ਰਸੰਨ ਇੱਕ ਦੂਜੇ ਦੇ ਪ੍ਰੇਮੀ ਹੋਏ ਹਨ। ਹਰਖ ਪਰਸ ਪਰ ਮਿਲ ਕਰ ਕੀਨੋ, ਇੱਕ ਦੂਜੇ ਦੇ ਨਾਲ ਮਿਲੇ ਐ ਤੇ ਬੜੇ ਖੁਸ਼ ਹੁੰਦੇ ਹਨ। ਪੁਨ ਪ੍ਰਿਥੀਏ ਆਸ਼ਿਖ ਗਨ ਦੀਨੋ, ਤੇ ਹੁਣ ਪ੍ਰਿਥੀ ਚੰਦ ਆਪਦੇ ਆਪ ਨੂੰ ਗੁਰੂ ਸਮਝਦਾ ਹੈ ਨਾ, ਤੇ ਫਿਰ ਐਵੇਂ ਹੱਥ ਜਿਹਾ ਖੜਾ ਕਰਕੇ ਤੇ ਸੁਲਹੀ ਨੂੰ ਅਸ਼ੀਰਵਾਦ ਜੇ ਦੇਣ ਲੱਗਿਆ ਹੈ। ਸਤ ਗੁਰ ਕਰਹਿ ਮਰਾਤਬ ਊਚੋ, ਕਹਿੰਦੇ ਐ ਪ੍ਰਿਥੀ ਚੰਦ ਕਹਿੰਦਾ, ਹੇ ਸੁਲਹੀ ਮੇਰੇ ਮਿੱਤਰ, ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦਾ ਮੈਂ ਮਾਲਕ, ਮੈਂ ਗੁਰੂ ਹਾਂ, ਤੇ ਗੁਰੂ ਰਾਮਦਾਸ ਤੇਰੇ ਤੇ ਬੜੀ ਕਿਰਪਾ ਕਰਨਗੇ, ਤੇਰਾ ਜਿਹੜਾ ਅਹੁਦਾ ਹੈ ਹੋਰ ਵੀ ਉੱਚਾ ਕਰ ਦੇਣਗੇ। ਵਧਾ ਮਿਲੇ ਹੋ ਜੋ ਤੁਮ ਮਨ ਰੂਚੋ, ਹਾਂ, ਤੇਰੇ ਮਨ ਦੀਆਂ ਸਾਰੀਆਂ ਕਾਮਨਾ ਗੁਰੂ ਰਾਮਦਾਸ ਪੂਰੀਆਂ ਕਰਨ, ਤੇ ਤੂੰ ਵਧੇ ਫੁੱਲੇ, ਹੋਰ ਤੇਰੀ ਉੱਚੇ ਅਹੁਦੇ ਹੋਵਣ। ਸਦਾ ਸਹਾਏ ਅੰਗ ਸੰਗ ਰਹੈ, ਤੇ ਸਦਾ ਸਹਾਇਤਾ ਕਰਨ ਵਾਸਤੇ ਪਰਮੇਸ਼ਰ ਤੇਰੇ ਅੰਗ ਸੰਗ ਰਹੇ। ਸਾਹੋ ਖੁਸ਼ੀ ਕਰ ਕਰ ਨਿਤ ਚਾਹੈ, ਤੇ ਜਿਹੜਾ ਸ਼ਾਹੋ ਹੈ ਨਾ, ਬਾਦਸ਼ਾਹ ਜਹਾਂਗੀਰ, ਉਹ ਤੈਨੂੰ ਚਾਹਣ ਲੱਗ ਪਏ, ਤੇਰਾ ਸਤਿਕਾਰ ਕਰੇ, ਤੈਨੂੰ ਪ੍ਰੇਮ ਕਰੇ, ਤੇ ਤੈਨੂੰ ਹੋਰ ਉੱਚੇ ਮਰਾਤਬੇ ਬਖਸ਼ੇ, ਤੇਰੇ ਤੇ ਖੁਸ਼ੀਆਂ ਕਰੇ ਸਦਾ ਹੀ। ਕਹੈ ਸੁਲਹੀ ਬੜ ਕਿਰਪਾ ਤੁਮਾਰੀ, ਸੁਲਹੀ ਕਹਿੰਦਾ, ਹਾਂ ਹੇ ਗੁਰੂ, ਧੰਨ ਧੰਨ ਗੁਰੂ ਪ੍ਰਿਥੀ ਚੰਦ ਜੀ, ਮਹਾਰਾਜ ਤੁਹਾਡੀ ਬੜੀ ਕਿਰਪਾ ਪਹਿਲਾਂ ਹੀ ਮੇਰੇ ਉੱਪਰ। ਅਭਿਲਾਖਾ ਸਭ ਪੁਰਬ ਹਮਾਰੀ, ਹੇ ਬਾਬਾ ਪ੍ਰਿਥੀ ਚੰਦ ਮਹਾਰਾਜ, ਤੁਸਾਂ ਪਹਿਲਾਂ ਹੀ ਮੇਰੀ ਸਾਰੀਆਂ ਇੱਛਾ ਪੂਰੀਆਂ ਕੀਤੀਆਂ ਹੋਈਆਂ, ਤੁਹਾਡੀ ਬੜੀ ਦਇਆ ਹੋਈ ਮੇਰੇ ਉੱਪਰ। ਕਾਰਜ ਤੋਰ ਮੋਰ ਉਰ ਰਹੈ, ਤੇ ਮੈਂ ਭਾਵੇਂ ਦਿੱਲੀ ਸੀ, ਗੁਰੂ ਅਰਜਨ ਦੇਵ ਜੀ ਨੂੰ ਮਾਰਨ ਦਾ ਜਿਹੜਾ ਤੁਹਾਡਾ ਕੰਮ ਮੈਂ ਵਾਅਦਾ ਕੀਤਾ ਸੀ, ਉਹ ਮੇਰੇ ਮਨ ਵਿੱਚ ਬੜੇ ਚਿਰ ਦਾ ਹੈ, ਮੈਂ ਭੁੱਲਿਆ ਨਹੀਂ ਸਾਂ। ਕਰਾਂ ਪੂਰ ਅਬ ਕਹਿ ਜਿਮ ਹੈ, ਤੇ ਕੋਈ ਨਹੀਂ, ਹੁਣ ਮੈਂ ਆ ਗਿਆ। ਹੇ ਪ੍ਰਿਥੀ ਚੰਦ, ਜਿਵੇਂ ਵੀ ਮੇਰੇ ਮਿੱਤਰ ਮੈਥੋਂ ਸਰਿਆ, ਜਿਵੇਂ ਕਿਵੇਂ ਵੀ ਮੈਂ ਅੱਜ ਤੇਰਾ ਹੁਣ ਕੰਮ ਪੂਰਾ ਕਰਕੇ ਜਾਵਾਂਗਾ। ਝਗਰੇ ਪਾਛੇ ਛੋੜ ਨ ਜਾਊਂ, ਹੁਣ ਮੈਂ ਤੇਰੇ ਗਲ ਵਿੱਚ ਕੋਈ ਝਗੜਾ ਨਹੀਂ ਪੈਣ ਦੇਣਾ, ਅੱਜ ਐਤਕੀ ਮੈਂ ਸਾਰੇ ਝਗੜੇ ਨਿਬੇੜ ਕੇ ਜਾਵਾਂਗਾ। ਮੈਂ ਆਇਓ ਤੁਝ ਗੁਰੂ ਬਣਾਊ, ਤੇ ਮੈਂ ਹੁਣ ਆ ਗਿਆ ਤੇ ਤੈਨੂੰ ਗੁਰੂ ਬਣਾ ਕੇ ਮੁੜਾਂਗਾ। ਸਾਰੇ ਝਗੜੇ ਜਿੰਨੇ ਐ ਸਾਰੇ ਦੇ ਸਾਰੇ ਮੈਂ ਮੁਕਾ ਦੇਵਾਂਗਾ, ਹੁਣ ਕਿਸੇ ਗੱਲ ਦੀ ਪਰਵਾਹ ਨਾ ਤੂੰ ਕਰ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਇਹ ਸੁਲਹੀ ਨੇ ਧਰਵਾਸ ਜੀ ਦਿੱਤੀ। ਇਹ ਖੌਰੇ ਜਿਵੇਂ ਗੁਰਤਾ ਦਾ ਤਿਲਕ ਨਹੀਂ ਦੇਣਾ ਹੁੰਦਾ ਪ੍ਰਿਥੀ ਚੰਦ ਨੂੰ, ਵੀ ਮੇਰੇ ਹੱਥ ਵਾਸੀ ਆ, ਵੀ ਮੈਂ ਚਾਹਵਾਂ ਗੁਰੂ ਬਣਾ ਦਿਆਂ, ਚਾਹਵਾਂ ਲਾ ਦਿਆਂ। ਇਹ ਸਰਕਾਰੀ ਹੈ ਨਾ, ਹਕੂਮਤੀ ਲੋਕ ਹੈ, ਇਹ ਜਾਣਦਾ ਹੈ ਵੀ ਖਰੇ ਉਹ ਸੰਸਾਰੀ ਤਖਤਾ ਵਰਗਾ ਤਖਤ ਹੈ ਗੁਰੂ ਨਾਨਕ ਪਾਤਸ਼ਾਹ ਦਾ, ਵੀ ਜਿਹਦਾ ਜ਼ੋਰ ਪਿਆ ਉਹਨੇ ਬਹਾ ਦਿੱਤਾ, ਜਿਹਦਾ ਜ਼ੋਰ ਪਿਆ ਉਹਨੇ ਲਾ ਦਿੱਤਾ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਸੁਲਹੀ ਫਿਰ ਜਿਵੇਂ ਪ੍ਰਿਥੀ ਚੰਦ ਨੂੰ ਨਾਲ ਲੈ ਕਰਕੇ ਤੇ ਅੱਗੇ ਉਹ ਪ੍ਰਿਥੀ ਚੰਦ ਨੇ ਜਿਹੜੇ ਉਹ ਭੱਠੇ ਜੇ ਲਾਏ ਹੋਏ ਸੀ ਆਵੇ ਇੱਟਾਂ ਦੇ, ਉਹ ਵੇਖਣ ਵਾਸਤੇ ਗਏ।
ਉੱਥੇ ਫਿਰ ਮਹਾਰਾਜ ਦਾ ਜਿਹੜਾ ਦਿੱਤਾ ਹੋਇਆ ਬਚਨ ਸੀ ਨਾ ਸੰਗਤ ਨੂੰ ਵੀ ਪ੍ਰਵਾਹ ਨਾ ਕਰੋ, ਇਹ ਇੱਥੇ ਮਰ ਮੁੱਕ ਜਾਣਾ ਇਹਨਾਂ ਨੇ ਜਿਹੜੇ ਚੜ੍ਹ ਕੇ ਆਏ ਆ। ਤੇ ਫਿਰ ਪ੍ਰਿਥੀ ਚੰਦ ਜਿਵੇਂ ਸਾਧ ਸੰਗੀ ਸੜ ਕੇ ਮਰਿਆ ਬਾਂਗਾ ਮਾਰਦਾ ਹੋਇਆ, ਉਹ ਪ੍ਰਸੰਗ ਜਿਵੇਂ ਆਵੇਗਾ ਆਪਾਂ ਕੱਲ੍ਹ ਦੀ ਬਾਣ ਵਿੱਚ ਵਿਚਾਰਾਂਗੇ। ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਜਿਵੇਂ ਪਰਮੇਸ਼ਰ ਦਾ ਸ਼ੁਕਰਾਨਾ ਕਰਦੇ ਹਾਂ ਪਾਵਨ ਪਵਿੱਤਰ ਸ਼ਬਦ ਉਚਾਰਿਆ ਗੁਰਬਾਣੀ ਅੰਦਰ, ਉਹ ਸਾਰੀ ਕਥਾ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਸੁਣ ਵਿਚਾਰਾਂਗੇ। ਇੱਥੇ ਸਮਾਪਤੀ ਹੈ ਜੀ। ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਕਾਰਜ ਤੋਰ ਮੋਰ ਉਰ ਰਹੈ, ਕਰਾਂ ਪੂਰ ਅਬ ਕੈ ਮਹੈ। ਝਗਰੇ ਪਾਛੇ ਛੋਰ ਨ ਜਾਊਂ, ਮੈਂ ਆਇਓ ਤੁਝ ਗੁਰੂ ਬਣਾਊਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਦਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮਦਾਨ, ਰਾਖਾਹੀਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ, ਸੁਣਾ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨਹਾਰ। ਜੋ ਸ਼ਰਧਾ ਕਰ ਸੇਵੰਦੇ, ਵਾਹਿਗੁਰੂ ਪਾਰ ਉਤਾਰਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।